ਵੈਲਕਮ ਇਨ ਦੀ ਕਲਾਸ। ਅੱਜ ਆਪਣਾ 10th ਕਲਾਸ ਸਾਇੰਸ ਦਾ 11ਵਾਂ ਚੈਪਟਰ ਮਨੁੱਖੀ ਅੱਖ ਅਤੇ ਰੰਗ ਬਰੰਗਾ ਸੰਸਾਰ ਦਾ ਨੈਕਸਟ ਟੌਪਿਕ ਹੈ ਪ੍ਰਿਜ਼ਮ ਵਿੱਚੋਂ ਪ੍ਰਕਾਸ਼ ਦਾ ਅਪਵਰਤਨ। ਤਾਂ ਹੁਣ ਇਹਦੇ ਵਿੱਚ ਆਪਾਂ ਦੇਖਣਾ ਹੈ ਕਿ ਆਇਤਾਕਾਰ ਕੱਚ ਦੀ ਸਲੈਬ ਦੇ ਵਿੱਚੋਂ ਅਤੇ ਜੇ ਆਪਾਂ ਪ੍ਰਿਜ਼ਮ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚੋਂ ਪ੍ਰਕਾਸ਼ ਕਿਵੇਂ ਪਾਸ ਕਰਦਾ, ਕਿਵੇਂ ਅਪਵਰਤਿਤ ਹੁੰਦਾ। ਆਇਤਾਕਾਰ ਕੱਚ ਦੀ ਸਲੈਬ ਆਪਣੇ ਕੋਲ ਇਸ ਤਰ੍ਹਾਂ ਦੀ ਹੁੰਦੀ ਆ ਜਿਹਦੀਆਂ ਆਮਣੇ ਸਾਹਮਣੇ ਦੀਆਂ ਭੁਜਾਵਾਂ ਇੱਕ ਦੂਜੇ ਸਮਾਨਾਂਤਰ ਹੁੰਦੀਆਂ ਨੇ। ਤਾਂ ਸਮਾਨ ਅੰਤਰ ਅਪਵਰਤਕ ਸਥਾਵਾਂ ਦੇ ਲਈ ਜਿਹੜੀ ਆਪਾਂ ਕੱਚ ਦੀ ਸਲੈਬ ਦੇ ਵਿੱਚ ਦੇਖਿਆ ਤਾਂ ਅਪਵਰਤਿਤ ਕਿਰਨ ਹਮੇਸ਼ਾ ਹੀ ਆਪਤਿਤ ਕਿਰਨ ਦੇ ਸਮਾਨਾਂਤਰ ਹੁੰਦੀ ਆ, ਪਰ ਫਿਰ ਵੀ ਇਹ ਇੱਕ ਪਾਸੇ ਨੂੰ ਵਿਸਥਾਪਿਤ ਹੋ ਜਾਂਦੀ ਆ, ਇੱਕ ਪਾਸੇ ਨੂੰ ਹਟ ਜਾਂਦੀ ਆ। ਤਾਂ ਹੁਣ ਆਪਾਂ ਇਹਦੇ ਵਿੱਚ ਉਹ ਸਾਰਾ ਪੜ੍ਹਨਾ ਕਿ ਕਿਉਂ ਹੋ ਰਿਹਾ। ਤਾਂ ਇਹਦੇ ਲਈ ਆਪਾਂ ਕੀ ਕਰਦੇ ਹਾਂ, ਇੱਕ ਕੱਚ ਦੀ ਬਣੀ ਹੋਈ ਪ੍ਰਿਜ਼ਮ ਲੈ ਰਹੇ ਹਾਂ। ਪ੍ਰਿਜ਼ਮ ਆਪਣੇ ਕੋਲ ਹੈਗੀ ਆ ABC। ਤਾਂ ਇਹ ਪ੍ਰਿਜ਼ਮ ਕਿਵੇਂ ਬਣੀ ਹੋਈ ਹੈ? ਦੋ ਤ੍ਰਿਭੁਜੀ ਆਕਾਰ ਦੇ ਆਧਾਰ, ਕਿਹੜੇ ਦੇ ਆਧਾਰ ਨੇ? ਦੋ ਤ੍ਰਿਭੁਜ ਦੇ ਆਕਾਰ ਦੇ ਆ ਤੇ ਤਿੰਨ ਆਇਤਾਕਾਰ ਪਾਸੇ ਦੀ ਸਤ੍ਹਾ ਹੁੰਦੇ ਆ ਜਿਹੜੇ ਇੱਕ ਦੂਜੇ ਦੇ ਕਿ ਇਸ ਦੇ ਵਿੱਚ ਇੱਕ ਸਤ੍ਹਾ ਇੱਕ ਦੂਜੇ ਉੱਤੇ ਝੁਕੇ ਹੁੰਦੇ ਆ। ਤਾਂ ਦੋ ਪਾਸੇ ਦੀਆਂ ਸਤ੍ਹਾ ਦੇ ਵਿਚਕਾਰ ਹੈ ਨਾ, ਦੋਨੋਂ ਪਾਸੇ ਦੀਆਂ ਸਤ੍ਹਾ ਦੇਖੋ, ਇੱਕ ਆਪਣੇ ਕੋਲੇ AB ਆ ਤੇ ਇੱਕ ਆਪਣੇ ਕੋਲੇ AC ਆ। ਦੋ ਸਤ੍ਹਾਵਾਂ ਦੇ ਵਿਚਕਾਰ ਜਿਹੜਾ ਕੋਣ ਬਣੂਗਾ ਉਸ ਨੂੰ ਆਪਾਂ ਕੀ ਨਾਮ ਦਿੰਦੇ ਆ? ਪ੍ਰਿਜ਼ਮ ਕੋਣ, ਐਂਗਲ ਆਫ ਪ੍ਰਿਜ਼ਮ। ਤਾਂ ਇਹ ਦੋ ਕਿੱਥੇ ਬਣ ਰਿਹਾ ਐਂਗਲ? ਦੋ ਸਤ੍ਹਾਵਾਂ ਦੇ ਵਿਚਕਾਰ। ਤਾਂ ਇਸ ਨੂੰ ਆਪਾਂ ਇੱਕ ਪ੍ਰਯੋਗ ਦੇ ਨਾਲ ਸਮਝਦੇ ਹਾਂ। ਇੱਕ ਪ੍ਰਿਜ਼ਮ ਆਪਾਂ ਨੂੰ ਦਿੱਤੀ ਹੋਈ, ਇਹਦੇ ਵਿੱਚ ABC ਜਿਹੜੀ ਕੱਚ ਦੀ ਬਣੀ ਹੋਈ ਆ। ਤਾਂ ਆਪਾਂ ਇੱਕ ਡਰਾਇੰਗ ਦੀ ਸ਼ੀਟ ਲੈ ਕੇ ਉਹਦੇ ਉੱਪਰ ਪਹਿਲਾਂ ਇਸ ਨੂੰ ਡਰਾ ਕਰਦੇ ਹਾਂ। ਜਦੋਂ ਪੈਨਸਲ ਦੇ ਨਾਲ ਆਪਾਂ ਇਹ ਪ੍ਰਿਜ਼ਮ ਨੂੰ ਡਰਾ ਕਰ ਲਵਾਂਗੇ ਤਾਂ ਇਹਦੀ ਇੱਕ ਸਤ੍ਹਾ ਦੇ ਉੱਪਰ ਆਪਾਂ ਕੋਈ ਵੀ ਇੱਕ ਪੁਆਇੰਟ ਲੈ ਰਹੇ ਹਾਂ, E ਪੁਆਇੰਟ ਲਿਆ ਤੇ ਉਹਦੇ ਉੱਪਰ ਆਪਾਂ ਇੱਕ 90 ਡਿਗਰੀ ਦਾ ਕੋਣ ਬਣਾਇਆ ਜਿਸ ਨੂੰ ਆਪਾਂ ਅਭਿਲੰਬ ਕਹਿ ਰਹੇ ਹਾਂ। ਇਸ ਨੂੰ ਆਪਾਂ ਹਮੇਸ਼ਾ ਹੀ ਅਭਿਲੰਬ ਕਹਿੰਦੇ, ਜਿਹੜਾ 90 ਡਿਗਰੀ ਦਾ ਕੋਣ ਬਣਦਾ। ਤਾਂ ਅਭਿਲੰਬ ਆਪਣੇ ਕੋਲ ਕਿੰਨਾ ਇੱਥੇ NN'। ਫਿਰ ਇਹਦੇ ਨਾਲ ਆਪਾਂ ਕੋਈ ਵੀ ਇੱਕ ਆਪਤਨ ਕੋਣ ਬਣਾਉਣਾ, ਇਸ ਅਭਿਲੰਬ ਦੇ ਨਾਲ ਐਂਗਲ I, ਐਂਗਲ ਆਫ ਇੰਸੀਡੈਂਸ, ਇਹਦੀ ਵੈਲਿਊ ਤੁਸੀਂ ਜਿੰਨੀ ਮਰਜ਼ੀ ਲੈ ਕੇ ਚੱਲ ਸਕਦੇ ਹੋ, 30, 35, 40 ਡਿਗਰੀ, 45 ਡਿਗਰੀ, ਜਿੰਨਾ ਵੀ ਤੁਸੀਂ ਬਣਾ ਰਹੇ ਹੋ। ਜਿੰਨਾ ਐਂਗਲ ਬਣੂਗਾ ਤਾਂ ਉਸ ਨੂੰ ਵੀ ਆਪਾਂ ਫਿਰ ਇੱਕ ਲਾਈਨ ਦੇ ਨਾਲ E ਦੇ ਉੱਪਰ ਮੀਟ ਕਰਾ ਦੇਵਾਂਗੇ, ਮਿਲ ਜੂਗਾ। ਉਸ ਲਾਈਨ ਦੇ ਉੱਪਰ ਕੋਈ ਵੀ ਤੁਸੀਂ ਦੋ ਪੁਆਇੰਟ ਲੈ ਲਓ, P ਤੇ Q, ਇਹਨਾਂ ਦੇ ਉੱਪਰ ਤੁਸੀਂ ਪਿੰਸ ਲਗਾ ਦਿਓ। ਜਦੋਂ ਤੁਸੀਂ ਇਹਨਾਂ ਦੇ ਉੱਪਰ ਪਿੰਸ ਲਗਾ ਦੋਗੇ P, Q, ਤਾਂ ਆਪਾਂ ਇਹਨਾਂ ਦੋਨੋਂ ਪਿੰਸ ਨੂੰ ਪ੍ਰਿਜ਼ਮ ਦੇ ਦੂਜੀ ਸਾਈਡ ਤੋਂ ਦੇਖਣਾ ਹੈ। ਜਦੋਂ ਆਪਾਂ ਨੂੰ ਇਹ ਸਾਰੇ ਦੋ ਪਿੰਨ ਇੱਕ ਸਿੱਧੀ ਰੇਖਾ ਦੇ ਵਿੱਚ ਦਿਸ ਰਹੇ ਆ, ਉਹਨਾਂ ਨੂੰ ਦੇਖ ਕੇ ਹੀ ਆਪਾਂ ਇੱਧਰ ਦੋ ਹੋਰ ਪੈਨ ਲਗਾਉਣੇ ਆ, R ਤੇ S। ਜਦੋਂ ਆਪਣੇ ਚਾਰੇ ਪਿੰਨ ਇੱਕ ਸਿੱਧੀ ਲਾਈਨ ਦੇ ਵਿੱਚ ਦਿਖਣੇ ਸ਼ੁਰੂ ਹੋ ਜਾਣਗੇ ਤਾਂ ਆਪਾਂ ਉਹਨਾਂ ਪਿੰਸ ਦੀ ਪੋਜੀਸ਼ਨ ਨੋਟ ਕਰ ਲੈਣੀ ਆ ਜਿਹੜੀ ਆਪਾਂ ਨੂੰ R ਅਤੇ S ਦੇ ਉੱਪਰ ਦਿਖਾਈ ਦਿੰਦੀ ਆ। ਹੁਣ ਪਿੰਸ ਹਟਾ ਕੇ ਆਪਾਂ ਸਕੇਲ ਦੇ ਨਾਲ ਇੱਥੇ ਲਾਈਨ ਲਗਾ ਦੇਣੀ ਆ। ਹੁਣ ਇਹਦੇ ਵਿੱਚ ਦੇਖੋ ਆਪਣੇ ਕੋਲ ਕਿ ਇੱਥੇ ਪ੍ਰਕਾਸ਼ ਦੀ ਕਿਰਨ ਆ ਰਹੀ ਸੀਗੀ ਜਿਹੜੀ ਹਵਾ ਦੇ ਵਿੱਚੋਂ ਕੱਚ ਦੇ ਵਿੱਚ ਆ ਰਹੀ ਆ। ਜਦੋਂ ਉਹਨੇ ਕੱਚ ਦੇ ਵਿੱਚ ਐਂਟਰ ਕੀਤਾ ਤਾਂ ਉਹਦਾ ਮਾਧਿਅਮ ਦੇ ਵਿੱਚ ਅੰਤਰ ਆ ਰਿਹਾ, ਤਾਂ ਅਪਵਰਤਨ ਹੋਇਆ। ਇੱਥੇ ਕਿਹੜਾ ਮਾਧਿਅਮ ਸੀ? ਹਵਾ, ਵਿਰਲਾ ਮਾਧਿਅਮ। ਕੱਚ ਆਪਣੇ ਕੋਲ ਹੈਗਾ ਸੰਘਣਾ ਮਾਧਿਅਮ। ਜਦੋਂ ਲਾਈਟ ਨੇ ਵਿਰਲੇ ਤੋਂ ਸੰਘਣੇ ਮਾਧਿਅਮ ਦੇ ਵਿੱਚ ਜਾਣਾ ਹੈ ਤਾਂ ਉਹ ਹਮੇਸ਼ਾ ਹੀ ਅਭਿਲੰਬ ਦੇ ਵੱਲ ਝੁਕਦੀ ਆ। ਤਾਂ ਜਦੋਂ E ਪੁਆਇੰਟ 'ਤੇ ਪ੍ਰਕਾਸ਼ ਦੀ ਕਿਰਨ ਗਈ ਤਾਂ ਹੁਣ ਇਹਨੇ ਕਿੱਧਰ ਨੂੰ ਝੁਕਿਆ? ਅਭਿਲੰਬ ਦੇ ਵੱਲ। ਹੁਣ ਇਸ ਤੋਂ ਬਾਅਦ ਜਦੋਂ F ਪੁਆਇੰਟ ਦੇ ਉੱਪਰ ਆਪਾਂ ਦੇਖ ਰਹੇ ਹਾਂ ਕਿ ਇੱਥੋਂ ਦਾ ਆਪਾਂ ਪਿੰਸ ਹਟਾ ਕੇ ਇੱਕ ਲਾਈਨ ਲਗਾਤੀ, ਫਿਰ F ਪੁਆਇੰਟ ਦੇ ਉੱਪਰ ਵੀ ਆਪਾਂ ਇੱਕ 90 ਡਿਗਰੀ ਦਾ ਕੋਣ ਬਣਾਇਆ ਅਭਿਲੰਬ, ਜਿਹਨੂੰ ਆਪਾਂ ਨਾਮ ਦਿੱਤਾ M'। ਅਪਵਰਤਨ ਵਾਲੀ ਕਿਰਨ ਇੱਥੇ ਜਾ ਕੇ F ਪੁਆਇੰਟ ਦੇ ਨਾਲ ਮਿਲ ਜਾਂਦੀ ਆ। ਜਦੋਂ F 'ਤੇ ਮਿਲਦੀ ਆ ਫਿਰ ਉਹਦੇ ਮਾਧਿਅਮ ਦੇ ਵਿੱਚ ਇੱਥੇ ਫਰਕ ਪੈ ਰਿਹਾ, ਕੱਚ ਤੋਂ ਹਵਾ ਦੇ ਵਿੱਚ ਜਾਣਾ ਹੁਣ ਲਾਈਟ ਨੇ, ਤਾਂ ਹੁਣ ਉਹਦੇ ਵਿੱਚ ਕਿਹੜਾ ਹੋ ਜਾਊਗਾ? ਅਭਿਲੰਬ ਤੋਂ ਦੂਰ ਝੁਕੂਗੀ ਪ੍ਰਕਾਸ਼ ਦੀ ਕਿਰਨ। ਤਾਂ ਇਹਨਾਂ ਦੇ ਵਿੱਚ ਅੰਤਰ ਜ਼ਿਆਦਾ ਆ ਰਿਹਾ। ਇੱਥੇ ਹੁਣ ਆਪਣੇ ਕੋਲੇ P, Q ਕੀ ਆ? ਇੱਕ ਅਪਾਤੀ ਕਿਰਨ ਜਿਹੜੀ ਅਭਿਲੰਬ ਦੇ ਨਾਲ ਕੋਣ ਕਿਹੜਾ ਬਣਾਉਂਦੀ ਆ? ਆਪਤਨ ਕੋਣ I। ਇੱਥੇ ਅਪਵਰਤਨ ਹੋ ਰਿਹਾ ਤਾਂ ਅਭਿਲੰਬ ਦੇ ਨਾਲ ਅਪਵਰਤਿਤ ਕਿਰਨ ਨੇ ਜਿਹੜਾ ਕੋਣ ਬਣਾਉਣਾ ਉਹ ਕਿਹੜਾ ਹੈਗਾ ਆਪਣੇ ਕੋਲੇ? ਅਪਵਰਤਨ ਕੋਣ R। ਉਸ ਤੋਂ ਬਾਅਦ ਫਿਰ ਪ੍ਰਕਾਸ਼ ਦੀ ਕਿਰਨ ਵਾਪਸ ਉਸੇ ਮਾਧਿਅਮ ਦੇ ਵਿੱਚ ਆ ਜਾਂਦੀ ਆ, ਤਾਂ ਆਪਣੇ ਕੋਲੇ ਜਿਹੜੀ ਇੱਥੇ ਪ੍ਰਕਾਸ਼ ਦੀ ਕਿਰਨ ਆਪਾਂ ਡਰਾ ਕੀਤੀ FS, ਇਹ ਕੀ ਹੋ ਜੂਗੀ? ਨਿਰਗਾਮੀ ਕਿਰਨ। ਇਹਨੇ ਅਭਿਲੰਬ ਦੇ ਨਾਲ ਕਿਹੜਾ ਕੋਣ ਬਣਾਉਣਾ ਹੈ? ਨਿਰਗਾਮੀ ਕੋਣ, ਜਿਹਨੂੰ ਆਪਾਂ E ਨਾਲ ਲਿਖਿਆ। ਉਸ ਤੋਂ ਬਾਅਦ ਜਿਹੜੀ ਆਪਤਿਤ ਕਿਰਨ ਸੀ, ਪ੍ਰਕਾਸ਼ ਦੀ ਕਿਰਨ ਆ ਰਹੀ ਸੀ, ਉਹਨੂੰ ਪਿੱਛੇ ਵੱਲ ਨੂੰ ਆਪਾਂ ਵਧਾਉਣਾ, ਪਿੱਛੇ ਵੱਲ ਨੂੰ ਆਪਾਂ ਵਧਾ ਰਹੇ ਹਾਂ। ਤੇ ਫਿਰ ਨੈਕਸਟ ਜਿਹੜਾ ਆਪਣੇ ਕੋਲੇ ਨਿਰਗਾਮੀ ਕਿਰਨ ਸੀ ਉਹਨੂੰ ਵੀ ਆਪਾਂ ਪਿੱਛੇ ਵੱਲ ਨੂੰ ਵਧਾਉਣਾ। ਜਿਹੜੇ ਪੁਆਇੰਟ 'ਤੇ ਜਾ ਕੇ ਦੋਨੋਂ ਕਿਰਨਾਂ ਇੱਕ ਦੂਜੇ ਨੂੰ ਕੱਟ ਕਰ ਦੇਣਗੀਆਂ ਉੱਥੇ ਐਂਗਲ ਆਪਣੇ ਕੋਲੇ ਬਣੂਗਾ ਵਿਚਲਨ ਕੋਣ। ਤਾਂ ਆਪਾਂ ਉਹੀ ਸਾਰੇ ਨੇਮ ਲਿਖੇ ਆ। PE ਆਪਣੇ ਕੋਲੇ ਕੀ ਆ? ਅਪਾਤੀ ਕਿਰਨ। EF ਕੀ ਆ ਆਪਣੇ ਕੋਲੇ? ਅਪਵਰਤਿਤ ਕਿਰਨ। FS ਆਪਣੇ ਕੋਲੇ ਕੀ ਆ? ਨਿਰਗਾਮੀ ਕਿਰਨ।
ਤੇ आई ਆਪਣੇ ਕੋਲ ਕੀ ਆ ਆਪਾਤੀ ਕੋਣ, R ਆਪਣੇ ਕੋਲ ਕੀ ਹੈਗਾ ਅਪਵਰਤਨ ਕੋਣ, E ਆਪਣੇ ਕੋਲ ਕੀ ਆ ਨਿਰਗਾਮੀ ਕੋਣ, D ਕੀ ਹੋ ਗਿਆ ਵਿਚਲਨ ਕੋਣ। ਤਾਂ ਹੁਣ ਇਹਦੇ ਵਿੱਚ ਆਪਾਂ ਹੋਰ ਕੀ ਨੋਟ ਕਰ ਲਿਆ ਕਿ ਜਦੋਂ ਪ੍ਰਕਾਸ਼ ਦੀ ਕਿਰਨ ਸੰਘਣੇ ਤੋਂ ਵਿਰਲੇ ਮਾਧਿਅਮ ਦੇ ਵਿੱਚ ਜਾਊਗੀ ਤਾਂ ਅਬਿਲੰਬ ਤੋਂ ਦੂਰ ਹਟੂਗੀ, ਜਦੋਂ ਵਿਰਲੇ ਤੋਂ ਸੰਘਣੇ ਮਾਧਿਅਮ ਦੇ ਵਿੱਚ ਆਊਗੀ ਤਾਂ ਅਬਿਲੰਬ ਦੇ ਵੱਲ ਝੁਕੂਗੀ। ਨੈਕਸਟ ਹੈ ਕੱਚ ਦੇ ਪ੍ਰਿਜ਼ਮ ਦੁਆਰਾ ਚਿੱਟੇ ਪ੍ਰਕਾਸ਼ ਦਾ ਵਿਖੇਪਣ, ਕਿ ਆਪਾਂ ਨੂੰ ਮੀਂਹ ਤੋਂ ਬਾਅਦ ਆਕਾਸ਼ ਦੇ ਵਿੱਚ ਸਤਰੰਗੀ ਪੀਂਘ ਦਿਖਾਈ ਦਿੰਦੀ ਆ ਤਾਂ ਉਸ ਦੇ ਵਿੱਚ ਅਲੱਗ-ਅਲੱਗ ਰੰਗ ਹੁੰਦੇ ਆ, ਕਿਉਂਕਿ 7 ਰੰਗਾਂ ਤੋਂ ਮਿਲ ਕੇ ਬਣੀ ਹੁੰਦੀ ਹੈ, ਇਸ ਲਈ ਆਪਾਂ ਇਹਨੂੰ ਕੀ ਨਾਮ ਦਿੰਦੇ ਆ ਸਤਰੰਗੀ ਪੀਂਘ। ਤਾਂ ਹੁਣ ਇਹਦੇ ਵਿੱਚ ਦੇਖੋ ਆਪਣਾ ਕੀ ਰੀਜ਼ਨ ਕੀ ਆ। ਜੇ ਆਪਾਂ ਪ੍ਰਿਜ਼ਮ ਦੇ ਵਿੱਚੋਂ ਚਿੱਟੇ ਪ੍ਰਕਾਸ਼ ਨੂੰ ਪਾਸ ਕਰਦੇ ਆ ਕਿ ਇਸ ਤਰ੍ਹਾਂ ਆਪਾਂ ਕੋਈ ਵੀ ਪ੍ਰਿਜ਼ਮ ਲਈ ਹੋਈ ਆ, ਪ੍ਰਿਜ਼ਮ ਦੇ ਵਿੱਚੋਂ ਜਦੋਂ ਆਪਾਂ ਚਿੱਟੇ ਪ੍ਰਕਾਸ਼ ਨੂੰ ਪਾਸ ਕਰਦੇ ਆ ਤਾਂ ਉਸ ਨੇ ਜਦੋਂ ਪ੍ਰਿਜ਼ਮ ਦੇ ਵਿੱਚੋਂ ਬਾਹਰ ਨਿਕਲਣਾ ਹੈ ਤਾਂ ਉਹ ਕੀ ਕਰਦਾ 7 ਰੰਗਾਂ ਦੇ ਵਿੱਚ ਟੁੱਟ ਜਾਂਦਾ। ਤਾਂ ਇਸ ਤਰ੍ਹਾਂ ਜਿਹੜਾ 7 ਰੰਗਾਂ ਦੇ ਵਿੱਚ ਟੁੱਟਣਾ ਉਹਨੇ ਅਲੱਗ-ਅਲੱਗ ਰੰਗ ਆਪਾਂ ਨੂੰ ਦਿਖਾਈ ਦਿੰਦੇ ਆ, ਉਹਨੂੰ ਕੀ ਹੁੰਦਾ ਆਪਣੇ ਕੋਲੇ ਸਪੈਕਟਰਮ, ਜਿਹੜੇ ਅਲੱਗ-ਅਲੱਗ ਰੰਗ ਦਿਖਾਈ ਦਿੱਤੇ। ਤਾਂ ਹੁਣ ਚਿੱਟਾ ਪ੍ਰਕਾਸ਼ ਜਦੋਂ ਅਲੱਗ-ਅਲੱਗ ਰੰਗਾਂ ਦੇ ਵਿੱਚ ਟੁੱਟਦਾ, ਆਪਣੇ ਘਟਕਾਂ ਦੇ ਵਿੱਚ ਟੁੱਟਦਾ ਹੈ ਤਾਂ ਉਸ ਨੂੰ ਆਪਾਂ ਕੀ ਨਾਮ ਦੇਣਾ, ਉਸ ਵਿਭਾਜਨ ਨੂੰ, ਉਸ ਟੁੱਟਣ ਦੀ ਕਿਰਿਆ ਨੂੰ ਵਿਖੇਪਣ, ਕਿ ਪ੍ਰਕਾਸ਼ ਦਾ ਵਿਖੇਪਣ ਹੋ ਗਿਆ। ਤਾਂ ਇਹਨਾਂ ਨੂੰ ਆਪਾਂ ਕਿਹੜੇ-ਕਿਹੜੇ ਰੰਗ ਨੇ ਜਿਨ੍ਹਾਂ ਦੇ ਵਿੱਚ ਇਹ ਟੁੱਟਦਾ ਹਮੇਸ਼ਾ ਹੀ ਜਿਹੜਾ ਹੈਗਾ ਸਫੈਦ ਪ੍ਰਕਾਸ਼ ਆ, ਬੈਂਗਣੀ, ਜਾਮਨੀ, ਨੀਲਾ, ਹਰਾ, ਪੀਲਾ, ਨਾਰੰਗੀ ਅਤੇ ਲਾਲ। ਜਿਹੜੇ ਆਰਡਰ ਦੇ ਵਿੱਚ ਆਪਾਂ ਲਿਖਿਆ ਆਪਾਂ ਇਹਨਾਂ ਨੂੰ ਇਸੇ ਤਰ੍ਹਾਂ ਹੀ ਇਸ ਸਪੈਕਟਰਮ ਦੇ ਵਿੱਚ ਦੇਖਦੇ ਹਾਂ ਕਿ ਬੈਂਗਣੀ ਹਮੇਸ਼ਾ ਪਹਿਲਾਂ ਆ ਰਿਹਾ, ਫਿਰ ਜਾਮਨੀ, ਫਿਰ ਨੀਲਾ। ਇਹ ਨਹੀਂ ਆਪਾਂ ਕਹਿ ਸਕਦੇ ਕਿ ਨੀਲਾ ਪਹਿਲਾਂ ਆ ਗਿਆ ਜਾਂ ਬੈਂਗਣੀ ਬਾਅਦ ਵਿੱਚ ਆ ਗਿਆ। ਇਹਨੂੰ ਆਪਾਂ ਯਾਦ ਕਿਵੇਂ ਰੱਖ ਸਕਦੇ ਹਾਂ, ਇਹ ਵਾਲਾ ਆਰਡਰ ਆ ਵਿਬਗਿਓਰ ਦਾ। B for violet, I for indigo, B for blue, G for green, Y for yellow, O for orange, R for red। ਇਸ ਤਰ੍ਹਾਂ ਆਪਾਂ ਨੂੰ ਸਾਰੇ ਜਿਹੜੇ ਕਲਰ ਨੇ ਸਹੀ ਆਰਡਰ ਦੇ ਵਿੱਚ ਯਾਦ ਰਹਿਣਗੇ ਕਿ ਵਾਇਲਟ ਤੋਂ ਬਾਅਦ ਹਮੇਸ਼ਾ ਇੰਡੀਗੋ ਆਊਗਾ, ਇੰਡੀਗੋ ਤੋਂ ਬਾਅਦ ਹਮੇਸ਼ਾ ਬਲੂ ਆਊਗਾ, ਫਿਰ ਗ੍ਰੀਨ, ਯੈਲੋ, ਔਰੇਂਜ, ਰੈਡ। ਵਿਬਗਿਓਰ। ਇਸ ਤਰ੍ਹਾਂ ਆਪਾਂ ਇਸ ਨੂੰ ਯਾਦ ਰੱਖ ਸਕਦੇ ਹਾਂ। ਨੈਕਸਟ ਹੁਣ ਆਪਣੇ ਕੋਲ ਕੀ ਆ ਕਿ ਜਦੋਂ ਇੱਕ ਪ੍ਰਿਜ਼ਮ ਦੇ ਵਿੱਚੋਂ ਆਪਾਂ ਚਿੱਟੇ ਪ੍ਰਕਾਸ਼ ਨੂੰ ਪਾਸ ਕਰ ਰਹੇ ਹਾਂ ਤਾਂ ਉਹ ਕੀ ਕਰਦਾ ਸੀ 7 ਰੰਗਾਂ ਦੇ ਵਿੱਚ ਟੁੱਟ ਜਾਂਦਾ ਹੈ। ਤਾਂ ਇਸ ਦੇ ਵਿੱਚ ਜਿਹੜੇ ਅਲੱਗ-ਅਲੱਗ ਆਪਾਂ ਨੂੰ ਰੰਗ ਦਿਖਾਈ ਦਿੰਦੇ ਆ ਤਾਂ ਹਰੇਕ ਦੇ ਲਈ ਅਲੱਗ-ਅਲੱਗ ਕੋਣ ਬਣਦੇ ਆ। ਕਿਸੇ ਵੀ ਪ੍ਰਿਜ਼ਮ ਦੇ ਵਿੱਚੋਂ ਜਦੋਂ ਪ੍ਰਕਾਸ਼ ਦੇ ਭਿੰਨ-ਭਿੰਨ ਰੰਗ ਨੇ ਜਿਹੜੇ ਆਪਾਤੀ ਕਿਰਨ ਦੇ ਸਾਪੇਖ ਜਿਹੜੀ ਪ੍ਰਕਾਸ਼ ਦੀ ਕਿਰਨ ਆ ਕੇ ਉਹਦੇ ਉੱਪਰ ਟਕਰਾ ਰਹੀ ਸੀ ਤਾਂ ਉਹਨਾਂ ਦੇ ਲਈ ਹਮੇਸ਼ਾ ਹੀ ਅਲੱਗ-ਅਲੱਗ ਕੋਣ ਬਣਦੇ ਆ। ਤੇ ਲਾਲ ਪ੍ਰਕਾਸ਼ ਆ ਜਿਹੜਾ ਘੱਟ ਕੋਣ ਤੋਂ ਮੁੜਦਾ, ਪਰ ਜਿਹੜਾ ਬੈਂਗਣੀ ਆਪਣੇ ਕੋਲ ਰੰਗ ਦਿੱਤਾ ਹੋਇਆ ਉਹਦੇ ਵਿੱਚ ਕੀ ਆ ਕਿ ਹਰ ਇੱਕ ਰੰਗ ਦੀਆਂ ਕਿਰਨਾਂ ਵੱਖ-ਵੱਖ ਪੱਥ ਉੱਤੇ ਬਾਹਰ ਹੁੰਦੀਆਂ। ਬੈਂਗਣੀ ਦੇ ਲਈ ਜ਼ਿਆਦਾ ਵੈਲਿਊ ਹੋਊਗੀ, ਲਾਲ ਰੰਗ ਦੇ ਲਈ ਘੱਟ ਹੋਊਗੀ। ਤਾਂ ਇਹਨਾਂ ਸਪਸ਼ਟ ਰੰਗਾਂ ਦਾ ਬੈਂਡ ਆਪਾਂ ਨੂੰ ਕਿਹਦੇ ਵਿੱਚ ਦਿਖਾਈ ਦਿੰਦਾ ਹੈ ਸਪੈਕਟਰਮ ਦੇ ਵਿੱਚ। ਤਾਂ ਆਈਜ਼ਕ ਨਿਊਟਨ ਨੇ ਸਭ ਤੋਂ ਪਹਿਲਾਂ ਕੀ ਹੈਗਾ ਐਕਸਪਲੇਨ ਕੀਤਾ, ਉਹਨੇ ਸਟੱਡੀ ਕੀਤਾ ਕਿ ਸੂਰਜ ਦਾ ਪ੍ਰਕਾਸ਼ ਆ ਜਿਹੜਾ ਆਪਾਂ ਸਪੈਕਟਰਮ ਪ੍ਰਾਪਤ ਕੀਤਾ ਹੋਇਆ ਉਹਦੇ ਲਈ ਕੱਚ ਦੇ ਪ੍ਰਿਜ਼ਮ ਦਾ ਉਪਯੋਗ ਕੀਤਾ, ਇੱਕ ਦੂਜੇ ਬਰਾਬਰ ਦਾ ਪ੍ਰਿਜ਼ਮ ਉਪਯੋਗ ਕਰਕੇ ਕਿ ਜਿਹੜੀ ਇੱਕ ਪ੍ਰਿਜ਼ਮ ਦਿੱਤੀ ਹੋਈ ਸੀ ਉਹਦੇ ਹੀ ਬਰਾਬਰ ਸਾਈਜ਼ ਦਾ ਉਹਨੇ ਇੱਕ ਹੋਰ ਪ੍ਰਿਜ਼ਮ ਲੈ ਲਿਆ ਕਿ ਜਿਹੜਾ ਚਿੱਟੇ ਪ੍ਰਕਾਸ਼ ਤੋਂ ਆਪਾਂ ਨੂੰ ਸਪੈਕਟਰਮ ਮਿਲ ਰਿਹਾ ਸੀ ਉਹਨੂੰ ਅੱਗੇ ਹੋਰ ਤੋੜਨਾ ਚਾਹੁੰਦਾ ਸੀ, ਪਰ ਇਸ ਤਰ੍ਹਾਂ ਕੁਝ ਵੀ ਨਹੀਂ ਹੋਇਆ, ਉਸ ਤੋਂ ਜ਼ਿਆਦਾ ਰੰਗ ਉਹਨੂੰ ਨਹੀਂ ਮਿਲੇ। ਫਿਰ ਉਹਨੇ ਕੀ ਕੀਤਾ ਕਿ ਜਿਹੜਾ ਦੂਜਾ ਪ੍ਰਿਜ਼ਮ ਲਿਆ ਸੀ ਉਹਨੂੰ ਉਹਦੇ ਤੋਂ ਉਲਟ ਕਰਕੇ ਰੱਖਤਾ। ਜੇ ਹੁਣ ਆਪਾਂ ਦੇਖੀਏ ਇਹਦੇ ਵਿੱਚ ਕਿ ਇੱਥੇ ਆਪਣੇ ਕੋਲ ਕੀ ਹੈ, ਜਿਹੜਾ ਐਂਗਲ ਆਫ ਪ੍ਰਿਜ਼ਮ ਸੀ, ਪ੍ਰਿਜ਼ਮ ਕੋਣ ਹੈ ਉਹ ਉੱਪਰ ਵੱਲ ਆ ਤੇ ਦੂਜੇ ਪ੍ਰਿਜ਼ਮ ਨੂੰ ਉਹਦੇ ਤੋਂ ਉਲਟਾ ਕੇ ਰੱਖਿਆ ਕਿ ਉਹਦਾ ਪ੍ਰਿਜ਼ਮ ਕੋਣ ਥੱਲੇ ਵੱਲ ਨੂੰ ਜਾ ਰਿਹਾ, ਇੱਕ ਦੂਜੇ ਤੋਂ ਉਲਟ ਹੋ ਗਏ। ਜਦੋਂ ਇਸ ਤਰ੍ਹਾਂ ਪ੍ਰਕਾਸ਼ ਦੇ ਸਪੈਕਟਰਮ ਨੂੰ ਦੂਜੇ ਪ੍ਰਿਜ਼ਮ ਦੇ ਵਿੱਚੋਂ ਉਹਨੇ ਪਾਸ ਕੀਤਾ ਤਾਂ ਆਪਾਂ ਨੂੰ ਵਾਪਸ ਕੀ ਮਿਲ ਗਿਆ, ਫਿਰ ਚਿੱਟਾ ਪ੍ਰਕਾਸ਼ ਮਿਲ ਗਿਆ। ਚਿੱਟੇ ਪ੍ਰਕਾਸ਼ ਦਾ ਕਿਰਨ ਪੁੰਜ ਹੀ ਆਪਾਂ ਨੂੰ ਦਿਖਾਈ ਦੇਊਗਾ। ਤਾਂ ਇਸ ਤੋਂ ਨਿਊਟਨ ਨੂੰ ਕੀ ਵਿਚਾਰ ਦੇ ਵਿੱਚ ਆਇਆ ਕਿ ਸੂਰਜ ਦਾ ਪ੍ਰਕਾਸ਼ 7 ਰੰਗਾਂ ਤੋਂ ਮਿਲ ਕੇ ਬਣਿਆ ਹੋਇਆ। ਕੋਈ ਵੀ ਪ੍ਰਕਾਸ਼ ਜੋ ਸੂਰਜ ਦੇ ਪ੍ਰਕਾਸ਼ ਜਿਹੜਾ ਸਪੈਕਟਰਮ ਬਣਾਉਂਦੀ ਹੈ ਉਸ ਨੂੰ ਆਪਾਂ ਆਮ ਕਰਕੇ ਕੀ ਨਾਮ ਦਿੰਦੇ ਆ, ਚਿੱਟਾ ਪ੍ਰਕਾਸ਼। ਨੈਕਸਟ ਹੈ ਸਤਰੰਗੀ ਪੀਂਘ, ਕਿ ਕਈ ਵਾਰੀ ਮੀਂਹ ਪੈਣ ਤੋਂ ਬਾਅਦ ਆਕਾਸ਼ ਦੇ ਵਿੱਚ ਆਪਾਂ ਨੂੰ ਇੱਕ ਕੁਦਰਤੀ ਸਪੈਕਟਰਮ ਦਿਖਾਈ ਦਿੰਦਾ ਜਿਸ ਦੇ ਵਿੱਚ 7 ਰੰਗ ਹੁੰਦੇ ਆ, ਉਸ ਨੂੰ ਆਪਾਂ ਸਤਰੰਗੀ ਪੀਂਘ ਦਾ ਨਾਮ ਦਿੰਦੇ ਹਾਂ। ਹੁਣ ਇਹਦਾ ਰੀਜ਼ਨ ਕੀ ਆ ਕਿ ਜਦੋਂ ਮੀਂਹ ਪੈ ਰਿਹਾ ਤਾਂ ਜਿਹੜਾ ਆਪਣਾ ਵਾਯੂਮੰਡਲ ਆ ਉਹਦੇ ਵਿੱਚ ਪਾਣੀ ਦੀਆਂ ਛੋਟੀਆਂ-ਛੋਟੀਆਂ ਬੂੰਦਾਂ ਮੌਜੂਦ ਹੁੰਦੀਆਂ ਨੇ ਤੇ ਇਹਨਾਂ ਬੂੰਦਾਂ ਨੇ ਪ੍ਰਿਜ਼ਮ ਦੀ ਤਰ੍ਹਾਂ ਕੰਮ ਕਰਨਾ। ਤੇ ਜਦੋਂ ਸੂਰਜ ਦਾ ਪ੍ਰਕਾਸ਼ ਇਹਨਾਂ ਬੂੰਦਾਂ ਦੇ ਵਿੱਚੋਂ ਦੀ ਪਾਸ ਹੁੰਦਾ, ਮਤਲਬ ਹੁਣ ਆਹ ਪਾਣੀ ਆਪਣੇ ਕੋਲ ਕੋਈ ਵੀ ਇੱਕ ਬੂੰਦ ਆ ਜਿਹੜੀ ਮੀਂਹ ਦੇ ਪਾਣੀ ਤੋਂ ਬਣੀ ਹੋਈ ਆ,
ਜਦੋਂ ਸੂਰਜ ਦੇ ਪ੍ਰਕਾਸ਼ ਨੇ ਇਹਦੇ ਵਿੱਚੋਂ ਦੀ ਪਾਸ ਹੋਣਾ ਤੇ ਇਹ ਬੂੰਦਾਂ ਪ੍ਰਿਜ਼ਮ ਦੀ ਤਰ੍ਹਾਂ ਕੰਮ ਕਰਦੀਆਂ। ਤਾਂ ਪ੍ਰਿਜ਼ਮ ਦਾ ਕੀ ਕੰਮ ਸੀਗਾ ਕਿ ਜਿਹੜਾ ਚਿੱਟਾ ਪ੍ਰਕਾਸ਼ ਪਊਗਾ ਉਹਨੂੰ 7 ਰੰਗਾਂ ਦੇ ਵਿੱਚ ਉਹਨੇ ਤੋੜ ਦੇਣਾ। ਤੇ ਇਸੇ ਕਰਕੇ ਜਦੋਂ ਸੂਰਜ ਦਾ ਪ੍ਰਕਾਸ਼ ਇਸ ਬੂੰਦ ਦੇ ਵਿੱਚ ਟਕਰਾ ਕੇ ਵਾਪਸ ਆ ਰਿਹਾ, ਅਪਵਰਤਿਤ ਹੋ ਰਿਹਾ, ਤਾਂ ਆਪਾਂ ਨੂੰ ਅਲੱਗ-ਅਲੱਗ ਰੰਗ ਦਿਖਾਈ ਦਿੰਦੇ ਆ, ਜਿਹੜਾ ਸਪੈਕਟਰਮ ਬਣਾਉਂਦੇ ਆ, ਮਤਲਬ ਪ੍ਰਕਾਸ਼ ਦਾ ਵਿਖੇਪਣ ਹੋ ਜਾਂਦਾ। ਤਾਂ ਹੁਣ ਇਹਦੇ ਵਿੱਚ ਵੀ ਤੁਸੀਂ ਇੱਕ ਵਾਰੀ ਦੇਖ ਲਓ, ਸਤਰੰਗੀ ਪਿੰਗ ਸਦਾ ਸੂਰਜ ਤੋਂ ਵਿਪਰੀਤ ਦਿਸ਼ਾ ਵਿੱਚ ਪਾਣੀ ਦੀਆਂ ਸੂਖਮ ਬੂੰਦਾਂ ਛੋਟੇ ਪ੍ਰਿਜ਼ਮਾਂ ਵਜੋਂ ਕਾਰਜ ਕਰਦੇ ਹਨ। ਇਹੀ ਮੈਂ ਤੁਹਾਨੂੰ ਹੁਣੇ ਦੱਸ ਕੇ ਹਟੀ ਸੀਗੀ ਕਿ ਜਿਹੜੀ ਪਾਣੀ ਦੀ ਬੂੰਦ ਉਹ ਇੱਕ ਪ੍ਰਿਜ਼ਮ ਦੀ ਤਰ੍ਹਾਂ ਕੰਮ ਕਰਦੀ ਹੈ। ਸੂਰਜ ਦੇ ਆਪਤਿਤ ਪ੍ਰਕਾਸ਼ ਨੂੰ ਇਹ ਬੂੰਦਾਂ ਅਪਵਰਤਿਤ ਅਤੇ ਵਿਖੇਪਿਤ ਕਰ ਦਿੰਦੀਆਂ ਹਨ, ਫਿਰ ਅੰਦਰੂਨੀ ਪਰਾਵਰਤਿਤ ਕਰਦੀਆਂ ਹਨ। ਜਦੋਂ ਪ੍ਰਕਾਸ਼ ਦੀ ਕਿਰਨ ਇਸ ਬੂੰਦ ਦੇ ਉੱਪਰ ਜਾਂਦੀ ਹੈ, ਟਕਰਾਉਂਦੀ ਹੈ, ਤਾਂ ਉਹ ਕੀ ਕਰਦੀ ਆ, ਦੂਜੇ ਮਾਧਿਅਮ ਦੇ ਵਿੱਚ ਐਂਟਰ ਕਰ ਜਾਂਦੀ ਹੈ, ਮਤਲਬ ਉਹਦਾ ਅਪਵਰਤਨ ਹੋ ਜਾਂਦਾ। ਅਤੇ ਜਦੋਂ ਅਪਵਰਤਨ ਹੋਣਾ, ਫਿਰ ਉਹ ਕੀ ਕਰਦੇ, ਉਸ ਬੂੰਦ ਦੇ ਅੰਦਰ ਹੀ ਅੰਦਰੂਨੀ ਪਰਾਵਰਤਨ ਹੁੰਦੇ ਆ, ਮਤਲਬ ਉਸ ਦੇ ਅੰਦਰ ਹੀ ਪਰਾਵਰਤਿਤ ਹੁੰਦੇ ਰਹਿੰਦੇ, ਟਕਰਾ ਕੇ ਵਾਪਸ ਮੁੜਦੇ ਰਹਿੰਦੇ ਆ। ਤੇ ਪਾਣੀ ਦੀਆਂ ਬੂੰਦਾਂ ਤੋਂ ਜਦੋਂ ਇਹ ਪ੍ਰਕਾਸ਼ ਬਾਹਰ ਨਿਕਲਦਾ ਹੈ ਤਾਂ ਫਿਰ ਉਹਨੂੰ ਕੀ ਕਰ ਦਿੰਦੀਆਂ ਨੇ, ਦੁਬਾਰਾ ਅਪਵਰਤਿਤ ਕਰ ਦਿੰਦੀਆਂ। ਤਾਂ ਪ੍ਰਕਾਸ਼ ਦਾ ਵਿਖੇਪਣ ਅਤੇ ਅੰਤਰ ਪਰਾਵਰਤਨ, ਕਿ ਪ੍ਰਕਾਸ਼ ਦਾ ਵਿਖੇਪਣ ਮਤਲਬ ਚਿੱਟਾ ਪ੍ਰਕਾਸ਼ 7 ਰੰਗਾਂ ਦੇ ਵਿੱਚ ਟੁੱਟ ਗਿਆ ਤੇ ਉਸ ਬੂੰਦ ਦੇ ਅੰਦਰ ਹੀ ਉਹਦਾ ਪਰਾਵਰਤਨ ਹੁੰਦਾ ਰਹਿੰਦਾ ਹੈ, ਜਿਹਦੇ ਕਰਕੇ ਆਪਾਂ ਨੂੰ ਅਲੱਗ-ਅਲੱਗ ਰੰਗ ਦਿਖਾਈ ਦਿੰਦੇ। ਤਾਂ ਨੈਕਸਟ ਹੈ ਵਾਯੂਮੰਡਲੀ ਅਪਵਰਤਨ। ਹੁਣ ਇਹਨਾਂ ਦੇ ਵਿੱਚ ਆਪਣੇ ਕੋਲ ਕੀ ਨੇ ਕਿ ਜੇ ਗਰਮ ਹਵਾ ਆਪਾਂ ਦੇਖਦੇ ਹਾਂ, ਉਹ ਆਪਣੇ ਉੱਪਰ ਦੀ ਠੰਡੀ ਹਵਾ ਦੀ ਤੁਲਨਾ ਵਿੱਚ, ਕਿ ਜੇ ਧਰਤੀ ਦੇ ਨੇੜੇ ਵਾਲੀ ਹਵਾ ਗਰਮ ਆ ਤਾਂ ਉਹ ਹਲਕੀ ਹੋਊਗੀ। ਕਿਹਦੇ ਕੰਪੈਰੀਜ਼ਨ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਜੇ ਹੁਣ ਆਪਾਂ ਉੱਪਰ ਵੱਲ ਨੂੰ ਜਾਣਾ ਸ਼ੁਰੂ ਕਰਦੇ ਹਾਂ ਤਾਂ ਹਵਾ ਨੇ ਕੀ ਹੈ, ਠੰਡੀ ਹੋਈ ਜਾਣਾ। ਸਿਰਫ ਧਰਤੀ ਦੇ ਨੇੜੇ ਵਾਲਾ ਜਿਹੜਾ ਟੈਂਪਰੇਚਰ ਸੀ ਉਹ ਜ਼ਿਆਦਾ ਸੀ, ਤਾਂ ਹੀ ਹਵਾ ਗਰਮ ਸੀ। ਤੇ ਇਸੇ ਕਰਕੇ ਉਹਦਾ ਅਪਵਰਤਨ ਅੰਕ ਠੰਡੀ ਹਵਾ ਦੇ ਨਾਲੋਂ ਥੋੜ੍ਹਾ ਘੱਟ ਜਾਂਦਾ, ਕਿਉਂਕਿ ਅਪਵਰਤਕ ਮਾਧਿਅਮ ਦੀ ਭੌਤਿਕ ਅਵਸਥਾਵਾਂ ਸਥਿਰ ਨਹੀਂ ਹੁੰਦੀਆਂ। ਇਸੇ ਕਰਕੇ ਜਦੋਂ ਗਰਮ ਹਵਾ ਦੇ ਵਿੱਚੋਂ ਹੋ ਕੇ ਕੋਈ ਵੀ ਆਪਾਂ ਵਸਤੂ ਦੇਖਦੇ ਹਾਂ ਤਾਂ ਵਸਤੂ ਦੀ ਆਭਾਸੀ ਸਥਿਤੀ ਹੈ ਜਿਹੜੀ ਉਹ ਬਦਲਦੀ ਰਹਿੰਦੀ ਆ। ਤਾਂ ਇਹ ਸਾਰਾ ਕਿਉਂ ਹੁੰਦਾ ਕਿ ਜਿਹੜਾ ਆਪਣਾ ਵਾਤਾਵਰਨ ਦਾ ਹੈਗਾ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਚੇਂਜਸ ਆਉਂਦੇ ਰਹਿੰਦੇ ਆ, ਵਾਯੂਮੰਡਲੀ ਅਪਵਰਤਨ ਹੁੰਦਾ ਰਹਿੰਦਾ ਹੈ। ਤਾਂ ਇਸ ਵਾਯੂਮੰਡਲੀ ਅਪਵਰਤਨ ਦੇ ਕਾਰਨ ਹੀ ਆਪਾਂ ਨੂੰ ਤਾਰੇ ਟਿਮਟਿਮਾਉਂਦੇ ਹੋਏ ਦਿਖਾਈ ਦਿੰਦੇ ਆ। ਹੁਣ ਨੈਕਸਟ ਕੁਐਸਚਨ ਹੈਗਾ ਤਾਰਿਆਂ ਦਾ ਟਿਮਟਿਮਾਉਣਾ, ਕਿ ਆਪਾਂ ਨੂੰ ਤਾਰੇ ਕਿਉਂ ਇਸ ਤਰ੍ਹਾਂ ਲੱਗਦਾ ਰਹਿੰਦਾ ਕਿ ਉਹ ਆਪਣੀ ਜਗ੍ਹਾ ਨੂੰ ਚੇਂਜ ਕਰਦੇ ਰਹਿੰਦੇ, ਟਿਮਟਿਮਾਉਂਦੇ ਰਹਿੰਦੇ ਆ। ਤਾਂ ਇਹਦਾ ਕਾਰਨ ਕੀ ਆ ਕਿ ਜਿਹੜਾ ਆਪਣਾ ਪ੍ਰਿਥਵੀ ਦਾ ਵਾਯੂਮੰਡਲ ਆ, ਜਦੋਂ ਉਹਦੇ ਵਿੱਚ ਲਾਈਟ ਨੇ ਪਾਸ ਕਰਨਾ ਹੈ ਤਾਂ ਉਹ ਪ੍ਰਿਥਵੀ ਦੀ ਸਤ੍ਹਾ ਦੇ ਉੱਪਰ ਪਹੁੰਚਣ ਤੋਂ ਪਹਿਲਾਂ ਤਾਰੇ ਦਾ ਪ੍ਰਕਾਸ਼ ਕੇ ਲਗਾਤਾਰ ਅਪਵਰਤਿਤ ਹੋਈ ਜਾਂਦਾ, ਇੱਕ ਤੋਂ ਦੂਜੇ ਮਾਧਿਅਮ ਦੇ ਵਿੱਚ ਜਾਈ ਜਾਂਦਾ ਹੈ। ਤਾਂ ਵਾਯੂਮੰਡਲੀ ਅਪਵਰਤਨ ਉਸੇ ਮਾਧਿਅਮ ਦੇ ਵਿੱਚ ਹੋਊਗਾ ਜਿਸ ਦਾ ਲਗਾਤਾਰ ਬਦਲਣ ਵਾਲਾ ਅਪਵਰਤਨ ਅੰਕ ਹੋਵੇ। ਕਿ ਹੁਣ ਆਪਾਂ ਵਾਯੂਮੰਡਲੀ ਅਪਵਰਤਨ ਤਾਂ ਕਹਿ ਰਹੇ ਹਾਂ ਕਿ ਹੋ ਰਿਹਾ, ਬਟ ਇਹ ਕਿੱਥੇ ਹੋਊਗਾ, ਕਿਹੜੇ ਮਾਧਿਅਮ ਦੇ ਵਿੱਚ ਹੋਊਗਾ? ਸਿਰਫ ਉਸੇ ਮਾਧਿਅਮ ਦੇ ਵਿੱਚ ਹੋਊਗਾ ਜਿਹੜੇ ਮਾਧਿਅਮ ਦੇ ਵਿੱਚ ਉਹਦਾ ਅਪਵਰਤਨ ਅੰਕ ਲਗਾਤਾਰ ਬਦਲੀ ਜਾਂਦਾ, ਸਥਿਰ ਨਹੀਂ ਰਹਿੰਦਾ। ਕਿਉਂਕਿ ਵਾਯੂਮੰਡਲ ਤਾਰੇ ਦੇ ਪ੍ਰਕਾਸ਼ ਨੂੰ, ਕਿ ਜਦੋਂ ਵਾਯੂਮੰਡਲ ਤੋਂ ਪ੍ਰਕਾਸ਼ ਆ ਰਿਹਾ ਹੈ ਤਾਂ ਉਹਨੇ ਕੀ ਕਰਨਾ, ਜਿਹੜਾ ਤਾਰੇ ਦਾ ਆਪਣਾ ਪ੍ਰਕਾਸ਼ ਸੀ ਉਹਨੂੰ ਅਬਿਲੰਬ ਦੇ ਵੱਲ ਮੋੜ ਦਿੰਦਾ। ਇਸੇ ਕਰਕੇ ਤਾਰੇ ਜਿਹੜੀ ਉਹਨਾਂ ਦੀ ਆਭਾਸੀ ਸਥਿਤੀ ਹੈ, ਕਿ ਜਿਹੜੀ ਆਪਾਂ ਨੂੰ ਲੱਗਦਾ ਕਿ ਤਾਰਾ ਇੱਥੇ ਆ, ਜਿਵੇਂ ਹੁਣ ਆਪਾਂ ਇਸ ਡਾਇਗਰਾਮ 'ਚ ਦੇਖ ਸਕਦੇ ਹਾਂ ਕਿ ਆਪਾਂ ਨੂੰ ਕੀ ਲੱਗ ਰਿਹਾ, ਤਾਰਾ ਇੱਥੇ ਆ, ਬਟ ਐਕਚੁਅਲ ਦੇ ਵਿੱਚ ਤਾਰਾ ਇਸ ਪੋਜੀਸ਼ਨ ਦੇ ਉੱਪਰ ਪਿਆ। ਤਾਂ ਇਸੇ ਕਰਕੇ ਆ ਦੋ ਜਿਹੜੀਆਂ ਪੋਜੀਸ਼ਨਸ ਆਪਾਂ ਨੂੰ ਸ਼ੋਅ ਹੁੰਦੀਆਂ ਨੇ, ਇਹਦਾ ਕਾਰਨ ਕੀ ਆ ਕਿ ਆਪਾਂ ਨੂੰ ਲੱਗਦਾ ਤਾਰਾ ਟਿਮਟਿਮਾ ਰਿਹਾ, ਆਪਣੀ ਜਗ੍ਹਾ ਬਦਲ ਰਿਹਾ ਹੈ। ਉਹਦਾ ਕੀ ਰੀਜ਼ਨ ਹੋ ਗਿਆ ਕਿ ਉਹਦਾ ਅਪਵਰਤਨ ਅੰਕ ਲਗਾਤਾਰ ਬਦਲੀ ਜਾਂਦਾ। ਤਾਂ ਆਭਾਸੀ ਸਥਿਤੀ ਕਿਹੜੀ ਹੈ, ਜਿਹੜੀ ਆਪਾਂ ਨੂੰ ਮਹਿਸੂਸ ਹੁੰਦੀ ਹੈ ਕਿ ਇੱਥੇ ਆ ਤਾਰਾ, ਬਟ ਉੱਥੇ ਹੁੰਦਾ ਨਹੀਂ। ਵਾਸਤਵਿਕ ਸਥਿਤੀ ਕਿ ਉਹ ਅਸਲੀਅਤ ਦੇ ਵਿੱਚ ਉੱਥੇ ਹੀ ਹੈਗਾ ਜਿੱਥੇ ਤਾਰਾ ਹੈ। ਦੋਨਾਂ ਦੇ ਵਿੱਚ ਕੁਛ ਨਾ ਕੁਛ ਅੰਤਰ ਹੋ ਜਾਂਦਾ। ਅਤੇ ਜੇ ਆਪਾਂ ਦੇ ਨੇੜੇ ਦੇਖਦੇ ਹਾਂ ਤਾਂ ਕੋਈ ਵੀ ਤਾਰਾ ਆਪਣੀ ਵਾਸਤਵਿਕ ਸਥਿਤੀ ਤੋਂ ਕੁਝ ਉਚਾਈ 'ਤੇ ਪ੍ਰਤੀਤ ਹੁੰਦਾ ਕਿ ਤਾਰਾ ਹੁਣ ਇਸ ਜਗ੍ਹਾ ਦੇ ਉੱਪਰ ਸੀ, ਪਰ ਆਪਾਂ ਨੂੰ ਇਹ ਤਾਰਾ ਇਸ ਜਗ੍ਹਾ ਤੋਂ ਥੋੜ੍ਹਾ ਉੱਚਾ ਦਿਖਾਈ ਦੇ ਰਿਹਾ ਹੈ। ਤਾਂ ਇਸੇ ਦੇ ਕਾਰਨ ਕਿ ਅਜਿਹੀ ਸਥਿਤੀ ਦੇ ਵਿੱਚ ਆਪਾਂ ਕੀ ਵਰਣਨ ਕਰ ਸਕਦੇ ਹਾਂ ਕਿ ਤਾਰੇ ਦੀ ਇਹ ਜਿਹੜੀ ਆਪਣੀ ਆਕਾਸ਼ੀ ਸਥਿਤੀ ਵੀ ਸਥਾਈ ਨਾ ਹੋ ਕੇ ਹੌਲੇ ਹੌਲੇ ਥੋੜ੍ਹੀ ਬਦਲਦੀ ਰਹਿੰਦੀ ਹੈ, ਕਿਉਂਕਿ ਪ੍ਰਿਥਵੀ ਦੇ ਵਾਯੂਮੰਡਲ ਦੀਆਂ ਭੌਤਿਕ ਅਵਸਥਾਵਾਂ, ਕਿ ਜਿਹੜੀਆਂ ਭੌਤਿਕ ਅਵਸਥਾਵਾਂ, ਟੈਂਪਰੇਚਰ, ਪ੍ਰੈਸ਼ਰ ਆ, ਉਹ ਸਾਰਾ ਚੇਂਜ ਹੁੰਦਾ ਰਹਿੰਦਾ ਹੈ। ਤਾਂ ਤਾਰੇ ਬਹੁਤ ਜ਼ਿਆਦਾ ਦੂਰ ਆ, ਇਸੇ ਕਰਕੇ ਉਹ ਪ੍ਰਕਾਸ਼ ਦੇ ਬਿੰਦੂ ਸਰੋਤ ਦੇ ਨੇੜੇ, ਕਿ ਜਿੱਥੋਂ ਆਪਾਂ ਨੂੰ ਪ੍ਰਕਾਸ਼ ਮਿਲ ਰਿਹਾ ਹੈ, ਆਪਾਂ ਨੂੰ ਇੱਕ ਬਿੰਦੂ ਦੀ ਤਰ੍ਹਾਂ ਲੈ ਕੇ ਚੱਲਦੇ ਹਾਂ ਅਤੇ ਉਸ ਬਿੰਦੂ ਦੇ ਬਹੁਤ ਜ਼ਿਆਦਾ ਨੇੜੇ ਰਹਿ ਜਾਂਦੇ ਆ। ਅਤੇ ਤਾਰੇ ਤੋਂ ਜਿਹੜੀਆਂ ਆਉਣ ਵਾਲੀਆਂ ਪ੍ਰਕਾਸ਼ ਕਿਰਨਾਂ ਨੇ ਉਹਨਾਂ ਦਾ ਰਸਤਾ ਥੋੜ੍ਹਾ ਥੋੜ੍ਹਾ ਬਦਲਦਾ ਰਹਿੰਦਾ, ਅਤੇ ਰਸਤਾ ਬਦਲਣ ਦੇ ਕਾਰਨ ਹੀ ਆਪਾਂ ਨੂੰ ਤਾਰੇ ਦੀ ਆਭਾਸੀ ਸਥਿਤੀ ਬਦਲਦੀ ਲੱਗਦੀ। ਕਿ ਜੇ ਪਹਿਲਾਂ ਤਾਰਾ ਆਪਾਂ ਨੂੰ ਇੱਥੇ ਲੱਗ ਰਿਹਾ ਸੀ, ਫਿਰ ਆਪਾਂ ਨੂੰ ਲੱਗੂਗਾ ਕਿ ਨਹੀਂ ਤਾਰਾ ਇੱਥੇ ਨਹੀਂ ਹੈਗਾ, ਇੱਥੇ ਆ ਜਾਂ ਇੱਥੇ ਆ। ਉਹਦੀ ਲਗਾਤਾਰ ਜਗ੍ਹਾ ਦੇ ਵਿੱਚ ਚੇਂਜ ਆਉਂਦਾ ਰਹਿੰਦਾ ਹੈ। ਅਤੇ ਇਹੀ ਕਾਰਨ ਹੈ ਕਿ ਆਪਾਂ ਨੂੰ ਉਹ ਕਦੇ ਤਾਰਾ ਧੁੰਦਲਾ ਦੀਂਦਾ, ਕਦੇ ਚਮਕਦਾ ਲੱਗਦਾ ਹੈ।
मतलब वो टिमटिमा ਰਿਹਾ ਹੈ, ਆਪਾਂ ਨੂੰ ਲੱਗਦਾ ਸਿਰਫ। ਬਟ ਕਿਉਂ ਲੱਗਦਾ? ਕਿਉਂਕਿ ਉੱਥੇ ਅਪਵਰਤਨ ਅੰਕ ਦੇ ਵਿੱਚ ਚੇਂਜ ਆ ਰਿਹਾ ਸੀਗਾ, ਵਾਯੂਮੰਡਲੀ ਅਪਵਰਤਨ ਦੇ ਕਾਰਨ ਹੀ ਇਹ ਚੀਜ਼ ਪੋਸੀਬਲ ਆ। ਨੈਕਸਟ ਆ ਕਿ ਗ੍ਰਹਿ ਨਹੀਂ ਟਿਮਟਿਮਾਉਂਦੇ। ਗ੍ਰਹਿ ਕਿਉਂ ਨਹੀਂ ਟਿਮਟਿਮਾਉਂਦੇ? ਕਿ ਜਿਹੜੇ ਤਾਰੇ ਨੇ ਆਪਣੇ ਕੋਲ ਬਹੁਤ ਜ਼ਿਆਦਾ ਦੂਰ ਆ, ਪਰ ਜਿਹੜੇ ਗ੍ਰਹਿ ਨੇ ਉਹ ਜ਼ਿਆਦਾ ਨੇੜੇ ਆ। ਇਸੇ ਕਰਕੇ ਜਿਹੜਾ ਗ੍ਰਹਿਾਂ ਤੋਂ ਆਪਾਂ ਨੂੰ ਪ੍ਰਕਾਸ਼ ਮਿਲਦਾ ਉਹਨੂੰ ਆਪਾਂ ਇੱਕ ਬਿੰਦੂ ਆਕਾਰ ਦਾ ਸਰੋਤ ਮੰਨ ਸਕਦੇ ਹਾਂ, ਤੇ ਇੱਕ ਬਿੰਦੂ ਆਕਾਰ ਤੋਂ ਆਪਾਂ ਨੂੰ ਸਰੋਤ ਮਿਲ ਰਿਹਾ। ਤਾਂ ਜਦੋਂ ਇਸ ਲਾਈਟ ਨੇ ਆਪਣੀਆਂ ਅੱਖਾਂ ਦੇ ਵਿੱਚ ਪ੍ਰਵੇਸ਼ ਕਰਨਾ ਤਾਂ ਪ੍ਰਕਾਸ਼ ਦੀ ਮਾਤਰਾ ਦੇ ਵਿੱਚ ਜਿਹੜਾ ਕੁੱਲ ਪਰਿਵਰਤਨ ਆ ਰਿਹਾ ਉਹਦੀ ਐਵਰੇਜ ਵੈਲਿਊ ਕਿੰਨੀ ਹੈ? 0 ਹੋ ਜਾਊਗੀ। ਔਸਤ ਵੈਲਿਊ 0 ਹੋ ਜਾਊਗੀ, ਜਿਹਦੇ ਕਰਕੇ ਆਪਾਂ ਨੂੰ ਉਹ ਟਿਮਟਿਮਾਉਂਦੇ ਹੋਏ ਨਹੀਂ ਦਿਸਦੇ। ਫਿਰ ਨੈਕਸਟ ਹੈ ਸੂਰਜ ਦਾ ਪਹਿਲਾਂ ਚੜ੍ਹਨਾ ਅਤੇ ਮਗਰੋਂ ਛਿਪਣਾ। ਕਿ ਸੂਰਜ ਆਪਾਂ ਨੂੰ ਜਦੋਂ ਸੂਰਜ ਚੜ੍ਹ ਰਿਹਾ ਤਾਂ ਆਪਾਂ ਨੂੰ 2 ਮਿੰਟ ਪਹਿਲਾਂ ਦਿਖਾਈ ਦਿੰਦਾ, ਅਤੇ ਜਦੋਂ ਸੂਰਜ ਛਿਪ ਜਾਂਦਾ 2 ਮਿੰਟ ਬਾਅਦ ਵਿੱਚ ਵੀ ਆਪਾਂ ਨੂੰ ਦਿਖਾਈ ਦਿੰਦਾ ਰਹਿੰਦਾ। ਤਾਂ ਇਹ ਵੀ ਕਿਹਦੇ ਕਰਕੇ ਪੋਸੀਬਲ ਆ? ਵਾਯੂਮੰਡਲੀ ਅਪਵਰਤਨ ਦੇ ਕਾਰਨ। ਹੁਣ ਇਸ ਦਾ ਰੀਜ਼ਨ ਕੀ ਆ? ਕਿ ਸੂਰਜ ਦੁਆਰਾ ਅਸਲ ਵਿੱਚ ਖਿਤਿਜ ਨੂੰ ਪਾਰ ਕਰਨਾ। ਕਿ ਜੇ ਆਪਾਂ ਇੱਥੇ ਖੜ੍ਹ ਕੇ ਦੇਖ ਰਹੇ ਹਾਂ ਕਿ ਸੂਰਜ ਕਿੱਥੇ ਆ, ਇੱਥੇ ਕੀ ਆ ਪ੍ਰੇਖਕ ਜਿਹੜਾ ਉਹਨੂੰ ਅਬਜ਼ਰਵ ਕਰ ਰਿਹਾ ਕਿ ਸੂਰਜ ਕਿੱਥੇ ਹੈਗਾ, ਉਹਦੀ ਜਗ੍ਹਾ ਦੇ ਵਿੱਚ ਕਿੰਨਾ ਚੇਂਜ ਆਇਆ। ਤਾਂ ਆਪਣੇ ਕੋਲ ਦੇਖੋ ਕਿ ਗਰਾਊਂਡ ਲੈਵਲ ਦੇ ਨਾਲ ਦੇਖੀਏ, ਇੱਥੇ ਆਪਣੇ ਕੋਲ ਕੀ ਖਿਤਿਜ ਆ। ਹੁਣ ਜਦੋਂ ਸੂਰਜ ਆਪਣੇ ਕੋਲ ਇੱਥੇ ਆ ਤਾਂ ਖਿਤਿਜ ਦੇ ਸਾਪੇਖ ਜਿਹੜੀਆਂ ਉਹਦੀ ਵਾਸਤਵਿਕ ਅਤੇ ਆਭਾਸੀ ਆ, ਆਪਾਂ ਨੂੰ 2 ਸਥਿਤੀਆਂ ਦਿਖਾਈ ਦਿੰਦੀਆਂ ਨੇ। ਤਾਂ ਇਸੇ ਕਰਕੇ ਜਿਹੜਾ ਵਾਸਤਵਿਕ ਸੂਰਜ ਛਿਪਣ ਅਤੇ ਆਭਾਸੀ ਸੂਰਜ, ਕਿ ਅਸਲੀਅਤ ਦੇ ਵਿੱਚ ਤਾਂ ਸੂਰਜ ਇੱਥੇ ਸੀ ਬਟ ਆਪਾਂ ਨੂੰ ਇੱਥੇ ਦਿਖਾਈ ਦੇ ਰਿਹਾ। ਤਾਂ ਇਹ ਕਿਹੜੀ ਸਥਿਤੀ ਹੋ ਗਈ? ਵਾਸਤਵਿਕ। ਅਤੇ ਇਹ ਕਿਹੜੀ ਸਥਿਤੀ ਉਹਦੀ? ਆਭਾਸੀ, ਕਿਉਂਕਿ ਉਹਨੇ ਖਿਤਿਜ ਨੂੰ ਪਾਰ ਕਰ ਲਿਆ, ਇਸੇ ਕਰਕੇ ਆਪਾਂ ਨੂੰ ਇਹ ਦਿਖਾਈ ਦਿੰਦਾ। ਅਤੇ ਸੂਰਜ ਦਾ ਆਕਾਰ ਆਪਾਂ ਨੂੰ ਕੀ ਚਪਟਾ ਪ੍ਰਤੀਤ ਹੁੰਦਾ। ਨੈਕਸਟ ਹੈਗਾ ਪ੍ਰਕਾਸ਼ ਦਾ ਖਿੰਡਰਨਾ। ਕਿ ਆਪਾਂ ਚਾਰੇ ਪਾਸੇ ਦੇਖ ਸਕਦੇ ਹਾਂ ਕਿ ਪ੍ਰਕਾਸ਼ ਅਤੇ ਸਾਡੇ ਚਾਰੇ ਪਾਸੇ ਦੀਆਂ ਵਸਤੂਆਂ ਦੇ ਵਿਚਕਾਰ ਕੋਈ ਨਾ ਕੋਈ ਕਿਰਿਆ ਹੁੰਦੀ ਆ, ਜਿਸ ਦੇ ਕਾਰਨ ਆਪਾਂ ਨੂੰ ਬਹੁਤ ਸਾਰੀਆਂ ਹੈਰਾਨੀਜਨਕ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ। ਕਿ ਆਕਾਸ਼ ਦਾ ਨੀਲਾ ਰੰਗ ਕਿਉਂ ਆ? ਜਿਹੜਾ ਡੂੰਘਾ ਸਮੁੰਦਰੀ ਪਾਣੀ ਉਸ ਦਾ ਰੰਗ ਕਿਵੇਂ ਦਾ? ਸੂਰਜ ਜਦੋਂ ਚੜ੍ਹਦਾ ਅਤੇ ਛਿਪਦਾ ਉਹਦਾ ਰੰਗ ਲਾਲ ਹੁੰਦਾ ਏ। ਤਾਂ ਇਸ ਸਾਰੇ ਨੂੰ ਵੀ ਆਪਾਂ ਇਸ ਮੈਥਡ ਨਾਲ ਸਮਝਾਂਗੇ ਕਿ ਇਸ ਫਿਨੋਮੀਨਾ ਦੇ ਵਿੱਚ ਕੀ ਹੁੰਦਾ। ਪਹਿਲਾਂ ਆਪਣੇ ਕੋਲ ਹੈਗਾ ਟਿੰਡਲ ਪ੍ਰਭਾਵ। ਪ੍ਰਿਥਵੀ ਦਾ ਜਿਹੜਾ ਆਪਾਂ ਵਾਯੂਮੰਡਲ ਆ ਉਹਨੂੰ ਦੇਖਦੇ ਹਾਂ ਤਾਂ ਉਹ ਕਿ ਬਹੁਤ ਛੋਟੇ ਛੋਟੇ ਕਣਾਂ ਤੋਂ ਮਿਲ ਕੇ ਬਣਿਆ ਹੋਇਆ। ਤਾਂ ਇਹਨਾਂ ਕਣਾਂ ਦੇ ਵਿੱਚ ਕੀ ਆ? ਧੂੰਆਂ ਏ, ਧੂੜ ਦੇ ਲਟਕਦੇ ਕਣ ਆ, ਹਵਾ ਦੇ ਅਣੂ ਆ, ਪਾਣੀ ਦੀਆਂ ਬੂੰਦਾਂ ਨੇ। ਅਤੇ ਜਦੋਂ ਹੈਗਾ ਪ੍ਰਕਾਸ਼, ਕੋਈ ਵੀ ਕਿਰਨ ਆ ਰਹੀ ਹੈ ਪ੍ਰਕਾਸ਼ ਦੀ, ਉਹ ਇੰਨਾ ਬਰੀਕ ਕਣਾਂ ਦੇ ਨਾਲ ਟਕਰਾਉਂਦੀ ਆ ਤਾਂ ਉਸ ਕਿਰਨ ਪੁੰਜ ਦਾ ਮਾਰਗ ਦਿਖਾਈ ਦਿੰਦਾ ਕਿ ਕਿਹੜੇ ਪਾਸੇ ਤੋਂ ਲਾਈਟ ਆ ਰਹੀ ਆ, ਆਪਾਂ ਨੂੰ ਦਿਖਾਈ ਦੇਣ ਲੱਗ ਜਾਂਦਾ। ਇਹ ਕਿਉਂ ਦਿਖਾਈ ਦਿੰਦਾ ਹੈ? ਕਿਉਂਕਿ ਉਹ ਇੰਨਾ ਬਰੀਕ ਕਣਾਂ ਦੇ ਨਾਲ ਟਕਰਾਉਂਦੇ ਆ। ਤਾਂ ਇਹਨਾਂ ਕਣਾਂ ਤੋਂ ਜਿਹੜਾ ਪ੍ਰਕਾਸ਼ ਪਰਾਵਰਤਿਤ ਹੋ ਕੇ ਆਪਣੇ ਤੱਕ ਪਹੁੰਚਦਾ ਹੈ। ਕਿਉਂ ਆਪਣੇ ਤੱਕ ਪ੍ਰਕਾਸ਼ ਆਇਆ? ਕਿਉਂਕਿ ਉਹ ਇਹਨਾਂ ਕਣਾਂ ਨਾਲ ਟਕਰਾ ਕੇ ਪਰਾਵਰਤਿਤ ਹੋ ਗਿਆ, ਵਾਪਸ ਮੁੜ ਗਿਆ। ਜਿਹੜੇ ਕਲਾਈਡੀ ਕਣ ਨੇ ਉਸ ਨੇ ਪ੍ਰਕਾਸ਼ ਦੇ ਖਿੰਡਣ ਦੀ ਘਟਨਾ, ਜਦੋਂ ਕਲਾਈਡਲ ਕਣਾਂ ਦੇ ਵਿੱਚੋਂ ਆਪਾਂ ਪ੍ਰਕਾਸ਼ ਨੂੰ ਪਾਸ ਕਰਦੇ ਹਾਂ ਤਾਂ ਖਿੰਡ ਜਾਂਦਾ। ਤਾਂ ਪ੍ਰਕਾਸ਼ ਦੇ ਇਸ ਤਰ੍ਹਾਂ ਖਿੰਡਣ ਦੀ ਘਟਨਾ ਕੀ ਕਹਾਉਂਦੀ ਹੈ? ਟਿੰਡਲ ਪ੍ਰਭਾਵ। ਜੇ ਹੁਣ ਆਪਾਂ ਕਿਸੇ ਵੀ ਧੂਏ ਨਾਲ ਭਰੇ ਕਮਰੇ ਦੇ ਵਿੱਚ ਇੱਕ ਛੋਟਾ ਜਿਹਾ ਛੇਕ ਰੱਖ ਦਈਏ ਤਾਂ ਉਸ ਦੇ ਵਿੱਚੋਂ ਆਪਾਂ ਪ੍ਰਕਾਸ਼ ਦਾ ਪੁੰਜ ਦੇਖਦੇ ਹਾਂ। ਜਾਂ ਤੁਸੀਂ ਕਹਿ ਸਕਦੇ ਹੋ ਕਿ ਆਪਣੇ ਕਮਰੇ ਦੇ ਸਾਰੇ ਗੇਟ ਬੰਦ ਆ, ਜਾਂ ਆਪਾਂ ਸਵੇਰ ਦੇ ਟਾਈਮ ਦੇਖੀਏ ਤਾਂ ਰੋਸ਼ਨਦਾਨ ਦੇ ਵਿੱਚੋਂ ਆਪਾਂ ਨੂੰ ਕਮਰੇ ਦੇ ਵਿੱਚ ਸੂਰਜ ਦਾ ਪ੍ਰਕਾਸ਼ ਵੀ ਦਿਖਾਈ ਦਿੰਦਾ ਅਤੇ ਨਾਲ ਥੋੜ੍ਹੀ ਥੋੜ੍ਹੀ ਮਿੱਟੀ ਵੀ ਦਿਖਾਈ ਦਿੰਦੀ ਹੈ, ਕਣ ਦਿਖਾਈ ਦਿੰਦੇ ਨੇ, ਜਿਸ ਦੇ ਵਿੱਚੋਂ ਹੀ ਆਪਾਂ ਪ੍ਰਕਾਸ਼ ਨੂੰ ਦੇਖ ਸਕਦੇ ਹਾਂ। ਜਾਂ ਆਪਾਂ ਕਿਸੇ ਸੰਘਣੇ ਜੰਗਲ ਦੇ ਵਿੱਚ ਜਾ ਰਹੇ ਹਾਂ ਤਾਂ ਉਸਦੇ ਦਰੱਖਤਾਂ ਦੇ ਵਿੱਚੋਂ ਦੀ ਜਿਹੜੀ ਲਾਈਟ ਆ ਰਹੀ ਹੈ, ਸੂਰਜ ਦਾ ਪ੍ਰਕਾਸ਼ ਲੰਘਦਾ, ਤਾਂ ਉਹ ਵੀ ਟਿੰਡਲ ਪ੍ਰਭਾਵ ਨੂੰ ਹੀ ਦਰਸਾਉਂਦਾ ਹੈ। ਤਾਂ ਉਸ ਧੁੰਦ ਦੇ ਵਿੱਚ ਪਾਣੀ ਦੀਆਂ ਬਹੁਤ ਛੋਟੀਆਂ ਛੋਟੀਆਂ ਬੂੰਦਾਂ ਨੇ ਜਿਹੜੀਆਂ ਪ੍ਰਕਾਸ਼ ਨੂੰ ਖਿਲਾਰਦੀਆਂ ਨੇ। ਖਿੰਡਰੇ ਪ੍ਰਕਾਸ਼ ਦਾ ਰੰਗ ਖਿੰਡਰਨ ਵਾਲੇ ਕਣਾਂ ਦੇ ਕਿਹੜੇ ਕਣਾਂ ਦੇ ਨਾਲ ਟਕਰਾ ਕੇ ਸੂਰਜ ਦਾ ਪ੍ਰਕਾਸ਼ ਖਿਲਰ ਰਿਹਾ ਹੈ, ਉਹ ਕਿਹਦੇ ਉੱਪਰ ਨਿਰਭਰ ਕਰਦਾ ਕਿ ਜਿਹੜੇ ਕਣਾਂ ਦੇ ਨਾਲ ਟਕਰਾਇਆ, ਮਤਲਬ ਧੂੰਆਂ, ਪਾਣੀ ਦੀਆਂ ਬੂੰਦਾਂ ਸੀ, ਧੂੜ ਦੇ ਲਟਕਦੇ ਕਣ ਸੀ ਜਾਂ ਹਵਾ ਦੇ ਅਣੂ ਸੀ, ਉਹ ਕਿੰਨਾਂ ਦੇ ਨਾਲ ਟਕਰਾਇਆ, ਉਹਨਾਂ ਦਾ ਸਾਈਜ਼ ਕਿੰਨਾ, ਕਿ ਛੋਟੇ ਕਣ ਸੀ ਜਾਂ ਵੱਡੇ ਕਣ ਸੀ। ਜਿਹੜੇ ਕਣ ਬਹੁਤ ਜ਼ਿਆਦਾ ਛੋਟੇ ਹੋਣਗੇ ਉਹ ਨੀਲੇ ਪ੍ਰਕਾਸ਼ ਨੂੰ ਖਿੰਡਰਾਉਂਦੇ ਆ, ਪਰ ਜਿਹੜੇ ਵੱਡੇ ਸਾਈਜ਼ ਦੇ ਕਣ ਹੋਣਗੇ ਉਹ ਲੰਬੀ ਤਰੰਗ ਲੰਬਾਈ ਦੇ ਪ੍ਰਕਾਸ਼ ਨੂੰ ਖਿੰਡਰਾਉਂਦੇ ਆ। ਅਤੇ ਜੇ ਕਣਾਂ ਦਾ ਆਕਾਰ ਜ਼ਿਆਦਾ ਵੱਡਾ ਤਾਂ ਉਹ ਜਿਹੜਾ ਪ੍ਰਕਾਸ਼ ਖਿਲਰ ਰਿਹਾ ਹੈ ਉਹ ਹਮੇਸ਼ਾ ਹੀ ਚਿੱਟਾ ਦਿਖਾਈ ਦੇਊਗਾ। ਨੈਕਸਟ ਹੈ ਸਾਫ਼ ਆਕਾਸ਼ ਦਾ ਰੰਗ ਨੀਲਾ ਕਿਉਂ ਹੈ? ਕਿ ਵਾਯੂਮੰਡਲ ਦੇ ਵਿੱਚ ਜਿਹੜੇ ਹਵਾ ਦੇ ਕਣ ਅਤੇ ਹੋਰ ਕਣ ਪ੍ਰੈਜ਼ੈਂਟ ਆ, ਉਹ ਪ੍ਰਕਾਸ਼ ਦੀ ਤਰੰਗ ਲੰਬਾਈ ਤੋਂ ਘੱਟ ਆ, ਕਿ ਪ੍ਰਕਾਸ਼ ਕਿੰਨੀ ਤਰੰਗ ਲੰਬਾਈ ਦੇ ਨਾਲ ਪਾਸ ਕਰ ਰਿਹਾ। ਜੇ ਹੁਣ ਆਪਾਂ ਲਾਲ ਰੰਗ ਦੇਖਦੇ ਹਾਂ ਤਾਂ ਇਹ ਲਾਲ ਰੰਗ ਵੱਲ ਦੇ ਵੱਧ ਤਰੰਗ ਲੰਬਾਈ ਵਾਲੇ ਪ੍ਰਕਾਸ਼ ਦੇ ਟਾਕਰੇ ਦੇ ਵਿੱਚ, ਕਿ ਆਪਾਂ 2 ਰੰਗ ਲੈ ਕੇ ਚੱਲ ਰਹੇ ਹਾਂ, ਇੱਕ ਲਾਲ ਰੰਗ ਆ ਅਤੇ ਇੱਕ ਨੀਲਾ ਰੰਗ ਆ। ਲਾਲ ਰੰਗ ਦੀ ਤਰੰਗ ਲੰਬਾਈ ਜ਼ਿਆਦਾ ਹੈ ਅਤੇ ਨੀਲੇ ਰੰਗ ਵਾਲੇ ਦੀ ਤਰੰਗ ਲੰਬਾਈ ਘੱਟ ਆ।
ਤਾਂ ਇਸੇ ਕਰਕੇ ਵਾਯੂਮੰਡਲ ਕੀ ਕਰਦਾ, ਜਿਹੜਾ ਲਾਲ ਰੰਗ ਆ ਜਿਹਦੀ ਤਰੰਗ ਲੰਬਾਈ ਜ਼ਿਆਦਾ ਦਿੱਤੀ ਹੋਈ ਆ ਤੇ ਉਹਦੇ ਵਿੱਚੋਂ ਜਿਹੜਾ ਪ੍ਰਕਾਸ਼ ਪਾਸ ਹੋ ਰਿਹਾ, ਤਾਂ ਉਹਨੇ ਕੀ ਕਰਨਾ ਕਿ ਨੀਲੇ ਰੰਗ ਵਾਲੇ ਘੱਟ ਤਰੰਗ ਲੰਬਾਈ ਦੇ ਪ੍ਰਕਾਸ਼ ਨੂੰ ਜ਼ਿਆਦਾ ਖਿਲਾਰਦਾ ਹੈ, ਖਿਲਰੂਗਾ, ਇੱਕ ਤੋਂ ਦੂਜੀ ਜਗ੍ਹਾ ਤੱਕ ਆਪਾਂ ਨੂੰ ਜ਼ਿਆਦਾ ਦਿਖਾਈ ਦੇਊਗਾ। ਹੁਣ ਜਿਹੜਾ ਇਹ ਪ੍ਰਕਾਸ਼ ਖਿਲਰਦਾ ਹੈ, ਨੀਲੇ ਰੰਗ ਵਾਲਾ ਪ੍ਰਕਾਸ਼ ਜਿੰਨਾ ਖਿੰਡਾਊਗਾ ਉੱਥੇ ਵਾਯੂਮੰਡਲ, ਕਿਉਂਕਿ ਉਹਦੀ ਤਰੰਗ ਲੰਬਾਈ ਦੀ ਵੈਲਿਊ ਘੱਟ ਆ, ਇਸ ਕਰਕੇ ਲਾਲ ਰੰਗ ਦੇ ਪ੍ਰਕਾਸ਼ ਦੀ ਤਰੰਗ ਲੰਬਾਈ ਨੀਲੇ ਰੰਗ ਦੇ ਪ੍ਰਕਾਸ਼ ਦੀ ਤਰੰਗ ਲੰਬਾਈ ਨਾਲੋਂ ਲਗਭਗ 1.8 ਗੁਣਾ ਹੈ, ਕਿਉਂਕਿ ਲਾਲ ਰੰਗ ਦੇ ਪ੍ਰਕਾਸ਼ ਦੀ ਤਰੰਗ ਲੰਬਾਈ ਨੂੰ ਆਪਾਂ ਕੰਪੇਅਰ ਕਰ ਰਹੇ ਹਾਂ ਨੀਲੇ ਰੰਗ ਦੀ ਪ੍ਰਕਾਸ਼ ਤਰੰਗ ਲੰਬਾਈ ਨਾਲ। ਇਸੇ ਕਰਕੇ ਜਦੋਂ ਸੂਰਜ ਦਾ ਪ੍ਰਕਾਸ਼ ਵਾਯੂਮੰਡਲ ਦੇ ਵਿੱਚੋਂ ਲੰਘੂਗਾ ਤਾਂ ਜਿਹੜੇ ਹਵਾ ਦੇ ਛੋਟੇ ਛੋਟੇ ਕਣ ਆ ਉਹਦੇ ਵਿੱਚੋਂ ਜਿਹੜਾ ਲਾਲ ਰੰਗ ਦਾ ਪ੍ਰਕਾਸ਼ ਸੀਗਾ, ਜਿਹਦੀ ਆਪਾਂ ਤਰੰਗ ਲੰਬਾਈ ਕੀ ਦੇਖ ਕੇ ਚੱਲੇ ਸੀ ਕਿ ਉਹਦੀ ਵੱਧ ਆ, ਉਹਦੀ ਵੈਲਿਊ ਜ਼ਿਆਦਾ ਹੁੰਦੀ ਆ, ਉਹਦੇ ਕੰਪੈਰੀਜ਼ਨ ਦੇ ਵਿੱਚ ਸੂਰਜ ਦਾ ਪ੍ਰਕਾਸ਼ ਕੀ ਕਰੂਗਾ, ਫਿਰ ਨੀਲੇ ਰੰਗ ਨੂੰ ਜ਼ਿਆਦਾ ਖਿਲਾਰ ਦਿੰਦਾ ਹੈ, ਖਿੰਡਰਾਉਂਦਾ ਹੈ, ਜ਼ਿਆਦਾ ਤੇਜ਼ੀ ਦੇ ਨਾਲ, ਵੱਧ ਪ੍ਰਬਲਤਾ ਮਤਲਬ ਜ਼ਿਆਦਾ ਤੇਜ਼ੀ ਨਾਲ ਖਿਲਰ ਜਾਂਦਾ ਹੈ। ਕਿਹੜਾ ਰੰਗ ਖਿਲਰਦਾ ਜ਼ਿਆਦਾ? ਨੀਲਾ ਰੰਗ, ਕਿਉਂਕਿ ਨੀਲੇ ਰੰਗ ਦੀ ਤਰੰਗ ਲੰਬਾਈ ਘੱਟ ਹੁੰਦੀ ਆ। ਇਸੇ ਕਰਕੇ ਜਿਹੜਾ ਖਿਲਰਿਆ ਹੋਇਆ ਨੀਲਾ ਰੰਗ ਉਹ ਆਪਣੀਆਂ ਅੱਖਾਂ ਤੱਕ ਆਉਂਦਾ ਏ, ਤੇ ਜੇ ਪ੍ਰਿਥਵੀ ਦੇ ਉੱਪਰ ਕੋਈ ਵਾਯੂਮੰਡਲ ਨਾ ਹੁੰਦਾ ਤਾਂ ਕੁਛ ਵੀ ਪ੍ਰਕਾਸ਼ ਦਾ ਖਿੰਡਰਨ ਨਹੀਂ ਹੋਣਾ ਸੀ, ਤੇ ਆਕਾਸ਼ ਆਪਾਂ ਨੂੰ ਕਿਹੜਾ ਦਿਖਾਈ ਦੇਊਗਾ? ਕਾਲਾ ਪ੍ਰਤੀਤ ਹੋਊਗਾ। ਇਸੇ ਕਰਕੇ ਜਿਵੇਂ ਆਪਾਂ ਬਹੁਤ ਜ਼ਿਆਦਾ ਉਚਾਈ ਦੇ ਉੱਪਰ ਜਾਈ ਜਾਂਦੇ ਆ ਤਾਂ ਯਾਤਰੀਆਂ ਨੂੰ ਆਕਾਸ਼ ਕਾਲਾ ਪ੍ਰਤੀਤ ਹੁੰਦਾ, ਕਿਉਂਕਿ ਉੱਥੇ ਪ੍ਰਕਾਸ਼ ਖਿਲਰਦਾ ਨਹੀਂ ਹੈ। ਜਿਹੜਾ ਖਤਰੇ ਦਾ ਸਿਗਨਲ ਆ ਉੱਥੇ ਪ੍ਰਕਾਸ਼ ਮਤਲਬ ਜਿਹੜੀ ਲਾਈਟ ਪਾਸ ਹੋ ਰਹੀ ਆ ਕਿ ਆਪਾਂ ਖਤਰੇ ਦੇ ਸਾਈਨ ਦੇ ਲਈ ਰੈੱਡ ਕਲਰ ਨੂੰ ਯੂਜ਼ ਕਰਦੇ ਆ। ਲਾਲ ਰੰਗ ਜਿਹੜਾ ਧੁੰਦ ਜਾਂ ਧੂਏ ਦੇ ਵਿੱਚ ਘੱਟ ਖਿਲਰਦਾ, ਇਸੇ ਕਰਕੇ ਇਹਨੂੰ ਆਪਾਂ ਜ਼ਿਆਦਾ ਦੂਰ ਤੋਂ ਦੇਖ ਸਕਦੇ ਹਾਂ। ਨੈਕਸਟ ਹੈ ਸੂਰਜ ਨਿਕਲਣ ਅਤੇ ਸੂਰਜ ਛਿਪਣ ਸਮੇਂ ਸੂਰਜ ਦਾ ਰੰਗ, ਕਿ ਜਦੋਂ ਸੂਰਜ ਨਿਕਲ ਰਿਹਾ ਹੈ ਤੇ ਸੂਰਜ ਛਿਪਦਾ ਹੈ ਤਾਂ ਉਸ ਦਾ ਰੰਗ ਕਿਵੇਂ ਦਾ ਹੁੰਦਾ। ਇਹਦੇ ਲਈ ਆਪਾਂ ਇੱਕ ਪ੍ਰਯੋਗ ਕਰਦੇ ਹਾਂ। ਇੱਕ ਉੱਤਲ ਲੈਂਸ ਜਿਹੜਾ ਆਪਾਂ ਇੱਥੇ ਲਗਾਇਆ ਹੋਇਆ ਇਸ ਡਾਇਗਰਾਮ ਦੇ ਵਿੱਚ, ਉਸ ਦੇ ਫੋਕਸ ਦੇ ਉੱਤੇ ਆਪਾਂ ਇੱਕ ਤੇਜ਼ ਪ੍ਰਕਾਸ਼ ਦਾ ਸੋਮਾ ਕਿ ਜਿੱਥੋਂ ਆਪਾਂ ਨੂੰ ਲਾਈਟ ਮਿਲਦੀ ਹੈ, ਚਿੱਟੇ ਰੰਗ ਦਾ ਪ੍ਰਕਾਸ਼ ਮਿਲ ਰਿਹਾ, ਆਪਾਂ ਇੱਥੇ ਰੱਖਦੇ ਹਾਂ ਇਸ ਦੇ ਉੱਪਰ ਸੋਰਸ। ਤਾਂ ਲੈਂਸ ਪ੍ਰਕਾਸ਼ ਦਾ ਇੱਕ ਸਮਾਨ ਅੰਤਰ ਕਿਰਨ ਪੁੰਜ ਪ੍ਰਦਾਨ ਕਰਦਾ ਕਿ ਇੱਥੋਂ ਹੀ ਆਪਾਂ ਨੂੰ ਪ੍ਰਕਾਸ਼ ਦੀਆਂ ਕਿਰਨਾਂ ਮਿਲਦੀਆਂ ਨੇ ਜਿਹੜੀਆਂ ਉੱਤਲ ਲੈਂਸ ਦੇ ਵਿੱਚੋਂ ਪਾਸ ਕਰਦੀਆਂ ਨੇ। ਤਾਂ ਇਸ ਪ੍ਰਕਾਸ਼ ਦੇ ਸਮਾਨ ਅੰਤਰ ਕਿਰਨ ਪੁੰਜ ਨੂੰ ਜਿਹੜੇ ਇੱਥੋਂ ਪ੍ਰਕਾਸ਼ ਦੀਆਂ ਕਿਰਨਾਂ ਆ ਰਹੀਆਂ ਨੇ ਉਹ ਸਮਾਨ ਅੰਤਰ ਹੋ ਜਾਣਗੀਆਂ ਜਦੋਂ ਲੈਂਸ ਦੇ ਵਿੱਚੋਂ ਪਾਸ ਕਰਦੀਆਂ, ਤਾਂ ਉਸ ਨੂੰ ਆਪਾਂ ਕਿੱਥੋਂ ਦੀ ਪਾਸ ਕਰਨਾ ਹੈ? ਸਾਫ਼ ਪਾਣੀ ਦੇ ਭਰੇ ਇੱਕ ਪਾਰਦਰਸ਼ੀ ਕੱਚ ਦੇ ਟੈਂਕ ਵਿੱਚੋਂ, ਕਿ ਕੱਚ ਦੇ ਇੱਕ ਟੈਂਕ ਦੇ ਵਿੱਚੋਂ ਜਿਸ ਦੇ ਵਿੱਚ ਆਪਾਂ ਸਾਫ਼ ਪਾਣੀ ਰੱਖਿਆ ਹੋਇਆ, ਇਸ ਲਾਈਟ ਨੂੰ ਆਪਾਂ ਇਹਦੇ ਵਿੱਚੋਂ ਦੀ ਪਾਸ ਕਰ ਦੇਣਾ। ਫਿਰ ਇੱਕ ਗੱਤਾ ਰੱਖਣਾ ਜਿਹਦੇ ਵਿੱਚ ਇੱਕ ਹੋਲ ਆ, ਮੋਰੀ ਆ, ਫਿਰ ਜਿਹੜਾ ਪ੍ਰਕਾਸ਼ ਇਸ ਕੱਚ ਦੇ ਜਿਹੜਾ ਆਪਾਂ ਕੱਚ ਦੇ ਇੱਕ ਟੈਂਕ ਰੱਖਿਆ ਸੀ ਇਹਦੇ ਵਿੱਚੋਂ ਦੀ ਪਾਸ ਹੋਊਗਾ, ਉਹ ਸਾਰਾ ਹੁਣ ਇਸ ਗੱਤੇ ਦੇ ਵਿੱਚੋਂ ਪਾਸ ਹੋ ਕੇ ਅੱਗੇ ਪਾਸ ਕਰ ਜੂਗਾ। ਅੱਗੇ ਜਾ ਕੇ ਫਿਰ ਆਪਾਂ ਇੱਕ ਉੱਤਲ ਲੈਂਸ ਰੱਖਿਆ ਹੋਇਆ, ਤਾਂ ਉਸ ਉੱਤਲ ਲੈਂਸ ਤੋਂ ਆਪਾਂ ਨੂੰ ਇੱਕ ਪ੍ਰਤੀਬਿੰਬ ਮਿਲਦਾ ਹੈ ਜਿਹਨੂੰ ਆਪਾਂ ਇਸ ਪਰਦੇ ਦੇ ਉੱਪਰ ਲੈ ਲੈਂਦੇ ਹਾਂ। ਟੈਂਕ ਦੇ ਵਿੱਚ ਹੁਣ ਆਪਣੇ ਕੋਲ ਕੀ ਆ? 2 ਲੀਟਰ ਸਾਫ਼ ਪਾਣੀ ਆ, 200 ਗ੍ਰਾਮ ਸੋਡੀਅਮ ਬਾਈਸਲਫੇਟ ਆਪਾਂ ਘੋਲਦੇ ਹਾਂ, ਤੇ ਪਾਣੀ ਦੇ ਵਿੱਚ ਲਗਭਗ 1 ਤੋਂ 2 ਮਿਲੀਲੀਟਰ ਗਾੜਾ ਸਲਫਿਊਰਿਕ ਤੇਜ਼ਾਬ ਪਾਉਂਦੇ ਹਾਂ। ਤਾਂ ਆਪਾਂ ਕੀ ਦੇਖਾਂਗੇ? ਤਾਂ 2-3 ਮਿੰਟ ਪਿੱਛੋਂ ਜਿਹੜੇ ਸਲਫਰ ਦੇ ਸੂਖਮ ਕਣ ਆ, ਛੋਟੇ ਛੋਟੇ ਕਣ ਆ, ਉਹ ਅਵਖੇਪਿਤ ਹੁੰਦੇ ਹੋਏ ਦਿਖਦੇ ਆ। ਜਿਵੇਂ ਸਲਫਰ ਦੇ ਕਣ ਬਣਨਾ ਆਰੰਭ ਹੁੰਦੇ ਆ ਤਾਂ ਕੱਚ ਦੇ ਟੈਂਕ ਦੇ 3 ਪਾਸਿਆਂ ਤੋਂ ਨੀਲਾ ਪ੍ਰਕਾਸ਼ ਆਪਾਂ ਨੂੰ ਦਿਖਾਈ ਦਿੰਦਾ। ਹੁਣ ਸਲਫਰ ਦੇ ਜਿਹੜੇ ਛੋਟੇ ਛੋਟੇ ਕਲਾਈਡੀ ਕਣ ਸੀਗੇ ਉਹਨਾਂ ਦੀ ਤਰੰਗ ਲੰਬਾਈ ਘੱਟ ਹੁੰਦੀ ਹੈ, ਅਤੇ ਤਰੰਗ ਲੰਬਾਈ ਘੱਟ ਹੋਣ ਦੇ ਕਾਰਨ ਹੀ ਪ੍ਰਕਾਸ਼ ਖਿੱਲਰ ਜਾਂਦਾ ਹੈ। ਅਤੇ ਕੱਚ ਦੇ ਟੈਂਕ ਦੇ ਜੇ ਹੁਣ ਆਪਾਂ ਚੌਥੇ ਪਾਸੇ ਤੋਂ ਗੋਲ ਸ਼ੇਕ ਵੱਲ ਜਿਹੜਾ ਪ੍ਰਕਾਸ਼ ਦਾ ਆ ਰਿਹਾ ਹੈ ਉਸ ਨੂੰ ਨੋਟ ਕਰਨਾ, ਤਾਂ ਇਹ ਕੀ ਹੈ? ਬਹੁਤ ਜ਼ਿਆਦਾ ਇੰਟਰਸਟਿੰਗ ਆ, ਕਿਉਂਕਿ ਪਰਦੇ ਦੇ ਉੱਪਰ ਪਹਿਲਾਂ ਹੀ ਨਾਰੰਗੀ ਲਾਲ ਅਤੇ ਫਿਰ ਚਮਕੀਲਾ ਕਿਰਮਚੀ ਲਾਲ ਰੰਗ ਦਿਖਾਈ ਦਿੰਦਾ। ਤੇ ਇਹ ਸਾਰੀ ਕਿਰਿਆ ਜਿਹੜੀ ਹੋ ਰਹੀ ਹੈ ਕੀ ਦਿਖਾਉਂਦੀ ਹੈ? ਕਿ ਪ੍ਰਕਾਸ਼ ਦਾ ਖਿਲਰਨ ਹੋ ਰਿਹਾ, ਖਿੰਡਨ ਹੁੰਦਾ ਹੈ, ਜਿਸ ਤੋਂ ਆਪਾਂ ਆਕਾਸ਼ ਦੇ ਨੀਲੇ ਰੰਗ, ਅਤੇ ਜਦੋਂ ਸੂਰਜ ਨਿਕਲਦਾ ਹੈ ਜਾਂ ਛਿਪਦਾ ਹੈ ਤਾਂ ਆਪਾਂ ਨੂੰ ਲਾਲ ਰੰਗ ਦਾ ਦਿਖਾਈ ਦਿੰਦਾ, ਉਹ ਆਪਾਂ ਇਸ ਕਿਰਿਆ ਦੇ ਨਾਲ ਸਮਝਦੇ ਹਾਂ। ਨੈਕਸਟ ਹੈ ਕਿ ਖਿਤਿਜ ਦੇ ਲਾਗੇ, ਕਿ ਜਦੋਂ ਸੂਰਜ ਚੜ੍ਹਦਾ ਅਤੇ ਛਿਪਦਾ ਆਪਾਂ ਨੂੰ ਲਾਲ ਰੰਗ ਦਾ ਦਿਖਾਈ ਦਿੰਦਾ। ਤਾਂ ਖਿਤਿਜ ਦੇ ਲਾਗੇ ਜਿਵੇਂ ਆਪਾਂ ਇੱਥੇ ਦੇਖ ਰਹੇ ਹਾਂ, ਸੂਰਜ ਤੋਂ ਆਉਣ ਵਾਲਾ ਪ੍ਰਕਾਸ਼ ਜਦੋਂ ਆਪਣੀਆਂ ਅੱਖਾਂ ਤੱਕ ਪਹੁੰਚਦਾ ਹੈ ਤਾਂ ਉਹ ਕੀ ਕਰਦਾ ਕਿ ਵਾਯੂਮੰਡਲ ਦੀਆਂ ਜਿਹੜੀਆਂ ਮੋਟੀਆਂ ਪਰਤਾਂ ਨੇ ਉਹਨਾਂ ਦੇ ਵਿੱਚੋਂ ਹੋ ਕੇ ਲੰਘਦਾ ਹੈ। ਅਤੇ ਜਦੋਂ ਸੂਰਜ ਆਪਣੇ ਸਿਰ ਦੇ ਉੱਪਰ ਹੁੰਦਾ ਤਾਂ ਸੂਰਜ ਤੋਂ ਆਉਣ ਵਾਲਾ ਪ੍ਰਕਾਸ਼ ਜਿਹੜਾ ਸਾਪੇਖਕ ਤੌਰ 'ਤੇ ਕੀ ਆ? ਘੱਟ ਦੂਰੀ 'ਤੇ ਚੱਲਦਾ,
ਤੇ ਦੁਪਹਿਰ ਦੇ ਸਮੇਂ ਸੂਰਜ ਆਪਾਂ ਨੂੰ ਸਫੈਦ ਰੰਗ ਦਾ ਦਿਖਾਈ ਦਿੰਦਾ, ਚਿੱਟੇ ਰੰਗ ਦਾ, ਕਿਉਂਕਿ ਨੀਲੇ ਤੇ ਬੈਂਗਣੀ ਰੰਗਾਂ ਦਾ ਬਹੁਤ ਥੋੜਾ ਭਾਗ ਹੀ ਖਿੰਡਦਾ ਹੈ। ਤਾਂ ਖਿਤਿਜ ਦੇ ਨੇੜੇ ਜਿਹੜਾ ਨੀਲਾ ਤੇ ਘੱਟ ਤਰੰਗ ਲੰਬਾਈ ਦਾ ਪ੍ਰਕਾਸ਼ ਆ ਉਹ ਬਹੁਤ ਭਾਗ ਕਣਾਂ ਦੁਆਰਾ ਖਿਲਾਰਿਆ ਜਾਂਦਾ ਹੈ। ਇਸੇ ਕਰਕੇ ਜਿਹੜੀਆਂ ਆਪਣੀਆਂ ਅੱਖਾਂ ਤੱਕ ਪ੍ਰਕਾਸ਼ ਪਹੁੰਚਦਾ ਉਹ ਕਿਹੜਾ ਹੋਊਗਾ, ਜਿਨ੍ਹਾਂ ਦੀ ਤਰੰਗ ਲੰਬਾਈ ਦੀ ਵੈਲਿਊ ਜ਼ਿਆਦਾ ਹੁੰਦੀ ਆ। ਤਾਂ ਇਸੇ ਕਰਕੇ ਹੁਣ ਤਰੰਗ ਲੰਬਾਈ ਦੀ ਵੈਲਿਊ ਕਿਹਦੀ ਜ਼ਿਆਦਾ, ਲਾਲ ਰੰਗ ਦੀ, ਤਾਂ ਹੀ ਆਪਾਂ ਨੂੰ ਸੂਰਜ ਨਿਕਲਣ ਤੇ ਡੁੱਬਣ ਦੇ ਸਮੇਂ ਕਿਹੜੇ ਰੰਗ ਦਾ ਦਿਖਾਈ ਦਿੰਦਾ ਹੈ, ਲਾਲ ਰੰਗ ਦਾ। ਥੈਂਕ ਯੂ।